ਸਤਿ ਸ੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਤਖਤ ਪੰਜਾਬ। ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ। ਮੇਰੇ ਨਾਲ ਉੱਗੇ ਸਿਆਸੀ ਮਾਹਰ ਪ੍ਰੋਫੈਸਰ ਮਨਜੀਤ ਸਿੰਘ ਮੌਜੂਦ ਨੇ। ਵੱਡੀਆਂ ਖਬਰਾਂ ਤੇ ਵੱਡੇ ਮੁੱਦਿਆਂ ਉੱਤੇ ਚਰਚਾ ਕਰਾਂਗੇ। ਸਵਾਗਤ ਹੈ ਤੁਹਾਡਾ ਪ੍ਰੋਫੈਸਰ ਸਾਹਿਬ। ਬਹੁਤ ਬਹੁਤ ਧੰਨਵਾਦ ਸੁਖਵਿੰਦਰ ਜੀ। ਸ਼ੁਕਰੀਆ ਪ੍ਰੋਫੈਸਰ ਸਾਹਿਬ। ਸਭ ਤੋਂ ਪਹਿਲਾਂ ਜਿਹੜੀ ਵੱਡੀ ਗੱਲ ਹੈ ਕਿ ਮੰਤਰੀਆਂ ਨੂੰ ਅਹੁਦੇ ਦਿੱਤੇ ਗਏ ਨੇ, ਉਹਨਾਂ ਦੇ ਵਿਭਾਗਾਂ ਦੀ ਵੰਡ ਕੀਤੀ ਗਈ ਹੈ। ਉਸ ਵੰਡ ਤੇ ਬੜੇ ਤਰ੍ਹਾਂ ਦੇ ਸਵਾਲ ਉੱਠ ਰਹੇ ਨੇ ਕਿ ਜਿਹਨੇ MBBS ਕੀਤੀ ਉਹਨੂੰ ਕੋਈ ਹੋਰ ਮਹਿਕਮਾ ਦੇਤਾ, ਤੇ ਜਿਹਨੇ 12 ਕੀਤੀਆਂ ਜਾਂ ਹਾਇਰ ਐਜੂਕੇਸ਼ਨ ਕੀਤੀ ਉਹਨੂੰ ਸਿਹਤ ਮੰਤਰੀ ਬਣਾਤਾ, ਤੇ ਜਿਨ੍ਹਾਂ ਦੇ ਕੋਲੇ ਸਿੱਖਿਆ ਦਾ ਮਹਿਕਮਾ ਸੀਗਾ ਉਹਨਾਂ ਤੋਂ ਮਹਿਕਮਾ ਲੈ ਕੇ ਹਰਜੋਤ ਬੈਂਸ ਹੋਰਾਂ ਨੂੰ ਦੇਤਾ। ਥੋੜਾ ਜਿਹਾ ਇਹਦੇ ਤੇ ਚਾਨਣਾ ਪਾਇਓ। ਦੇਖੋ ਸੁਖਵਿੰਦਰ, ਜਿਹੜੀ ਪੋਲਿਟਿਕਸ ਆ ਉਹ ਸੱਤਾ ਦੇ ਅੰਦਾਜ਼ ਨਾਲ ਚੱਲਦੀ ਹੈ। ਰਾਜਨੀਤੀ 'ਚ ਇਹ ਨਹੀਂ ਦੇਖਿਆ ਜਾਂਦਾ ਕਿ ਮੈਰਿਟ ਕੀ ਆ, ਕਿ ਕੌਣ ਕਿੱਥੇ ਕਿੰਨਾ ਕਾਬਲ ਆ। ਉਹ ਤੇ ਸਭ ਤੋਂ ਪਹਿਲਾਂ ਉਹਦੀ ਝੰਡ ਹੋ ਜਾਂਦੀ ਹੈ। ਜਾਣੀ ਉਹ ਸਭ ਤੋਂ ਪਹਿਲਾਂ ਉਸ ਗੱਲ ਨੂੰ ਇੱਕ ਪਾਸੇ ਰੱਖਦੇ ਵੀ ਕਾਬਲੀਅਤ ਤੇ ਕਹਿੰਦੇ ਘਰੇ ਹੀ ਰੱਖ ਕੇ ਆਓ। ਮੈਂ ਤੁਹਾਨੂੰ ਦੱਸਦਾ, ਇੱਕ ਕੋਈ ਬੰਦਾ ਟ੍ਰੇਨਿੰਗ ਪੁਲਿਸ ਅਫਸਰ ਲੈ ਕੇ ਆਇਆ 6 ਮਹੀਨੇ ਸਾਲ ਦੀ, ਫਲੌਰ ਦੇ ਪੁਲਿਸ ਵਾਲੇ ਟ੍ਰੇਨਿੰਗ ਕਿਲੇ ਚੋਂ। ਫਲੌਰ ਕਿਲੇ ਦੇ ਵਿੱਚ ਪੁਲਿਸ ਦੀ ਟ੍ਰੇਨਿੰਗ ਹੁੰਦੀ ਆ, ਤੇ ਮੈਂ ਵੀ ਲੈਕਚਰ ਲੈਣ ਗਿਆ ਸੀ। ਉਹ ਬੰਦੇ ਨੇ ਖੁਦ ਹੀ ਦੱਸੀ ਕਿ ਜਦੋਂ ਮੈਂ ਪਹਿਲੀ ਵਾਰੀ ਟ੍ਰੇਨਿੰਗ ਲੈਣ ਆਇਆ ਤੇ ਮੈਂ ਜੌਬ ਜੁਆਇਨ ਕੀਤੀ, ਤੇ ਜਿਹੜਾ SHO ਸੀ ਮੈਨੂੰ ਉਹ ਕਹਿੰਦਾ ਕਿ ਗੱਲ ਸੁਣੋ ਭਾਈ ਸਾਹਿਬ, ਜਿਹੜੀ ਉੱਥੇ ਟ੍ਰੇਨਿੰਗ ਲੈ ਆਏ ਆ, ਬੜੇ ਆਪਣੇ ਆਪ ਨੂੰ ਸਬਕ ਸਿੱਖ ਕੇ ਆਏ ਆ, ਦੇਸ਼ ਭਗਤੀ, ਆਹ ਕਰਨਾ ਉਹ ਕਰਨਾ, ਮੈਂ ਕਾਨੂੰਨ ਨੂੰ ਲਾਗੂ ਕਰਨਾ, ਪਹਿਲਾਂ ਤੇ ਉੱਥੇ ਹੀ ਛੱਡ ਕੇ ਆਓ ਫਲੌਰ ਜਿੱਥੇ ਤੁਹਾਨੂੰ ਪੜਾਇਆ। ਇੱਥੇ ਧਰਾਤਲ ਤੇ ਗੰਦ ਮੰਦ, ਕੂੜਾ ਕਚੜਾ, ਮਿਨਿਸਟਰਾਂ ਦੀਆਂ ਸਿਫਾਰਸ਼ਾਂ, ਕਿਸੇ ਦਾ ਕੇਸ ਝੂਠਾ ਬਣਾਉਣਾ, ਕਿਸੇ ਦਾ ਸੱਚੇ ਨੂੰ ਝੂਠਾ ਕਰਨਾ, ਕਿਸੇ ਦਾ ਝੂਠੇ ਨੂੰ ਸੱਚਾ ਕਰਨਾ। ਇੱਥੇ ਤੇ ਇਹ ਕੋਈ ਚੱਲਣਾ। ਜੇ ਮਨਜ਼ੂਰ ਹੈ ਤੇ ਇੱਥੇ ਸ਼ਾਮਲ ਹੋ ਜਾਓ, ਸਾਡੇ 'ਚ ਸ਼ਾਮਲ ਵਾਜੇ ਵਾਂਗੂ, ਨਹੀਂ ਤੇ ਤੁਸੀਂ ਸਮਝ ਲਓ ਵੀ ਸਾਰੀ ਉਮਰ ਦੁਖੀ ਰਹੋਗੇ। ਇਹ ਸੱਤਾ ਦਾ ਜਿਹੜਾ ਕੰਮ ਹੈ ਬਿਲਕੁਲ ਉਸੇ ਪੈਟਰਨ ਤੇ ਹੀ ਹੈਗਾ ਕਿ ਕੌਣ ਬੰਦਾ ਜ਼ਿਆਦਾ ਚਾਪਲੂਸੀ ਕਰੂਗਾ। ਲੀਡਰਾਂ ਦਾ ਬਿਲਕੁਲ ਲਾਇਲ, ਵਫਾਦਾਰੀ, ਇਹ ਪਹਿਲੀ ਸ਼ਰਤ ਹੈ ਸੱਤਾ ਦੀ, ਕਿ ਲੀਡਰ ਦਾ ਕਿੰਨਾ ਵਫਾਦਾਰ ਹੈ, ਕਿੰਨੀ ਪੂਛ ਹਿਲਾਉਂਦਾ ਜਾ ਕੇ ਸਾਰੀ, ਜਾਂ ਸੜਕ ਸਾਫ਼ ਕਰਦਾ ਜਾਂਦਾ, ਪੂਛ ਹਿਲਾਉਂਦਾ ਜਦੋਂ ਮਿਲਦਾ। ਇਹ ਇੱਕ ਪਹਿਲੀ ਉਹਦੀ ਕੁਆਲੀਫਿਕੇਸ਼ਨ ਹੈਗੀ। ਦੂਜਾ, ਕਿਹੜਾ ਮਹਿਕਮਾ ਕਿੱਥੇ ਆ, ਕਿੱਥੋਂ ਥੋੜਾ ਬਹੁਤ ਸੱਜੇ ਖੱਬੇ ਕੁਝ ਪੈਸੇ, ਕੁਝ ਰੁਤਬਾ, ਕੁਝ ਲੋਕਾਂ ਦੀ ਸਹਾਨਭੂਤੀ ਜਿੱਤਣਾ, ਕਿਸੇ ਵਿਰੋਧੀਆਂ ਨੂੰ ਠੋਕਣਾ, ਇਹ ਜਿਹੜੇ ਸਾਰੇ ਜਿਹੜੇ ਧਿਆਨ 'ਚ ਰੱਖੀਆਂ ਜਾਂਦੀਆਂ ਗੱਲਾਂ, ਉਹ ਵੀ ਸੱਤਾ ਦਾ ਹੀ ਕੰਮ ਆ। ਉਹ ਵੀ ਬੰਦਿਆਂ ਦੀ ਇੱਕ ਕੁਆਲੀਫਿਕੇਸ਼ਨ ਦੇਖ ਕੇ ਕੀਤਾ ਜਾਂਦਾ। ਫਿਰ ਹੋਰ ਵੀ ਇਸੇ ਤਰੀਕੇ ਨਾਲ ਹੀ ਤੁਸੀਂ ਦੇਖੋ ਕਿ ਅੱਜ ਵੀ ਜਿਹੜਾ ਸਿਹਤ ਮੰਤਰੀ ਹੈ, ਜਦ ਕਿ ਦੋ ਡਾਕਟਰ ਬਲਬੀਰ ਸਿੰਘ, ਡਾਕਟਰ ਅੱਖਾਂ ਵਾਲੇ ਹੈਗੇ, ਉਹ ਤੇ ਬੜੇ ਨੇੜੇ ਆ, ਬਹੁਤ ਅਹਿਮ ਭੂਮਿਕਾ ਸੀ। ਉਹ ਕਿਤੇ ਵੀ ਵਿਜੇ ਸਿੰਗਲਾ ਹੋਣਾ ਤੋਂ ਬਾਅਦ ਸਿਹਤ ਮੰਤਰੀ ਨਹੀਂ। ਇਸੇ ਤਰੀਕੇ ਨਾਲ ਹੁਣ ਅੰਮ੍ਰਿਤਸਰ ਵਾਲੇ ਜਿਹੜੇ ਇੰਦਰਬੀਰ ਸਿੰਘ ਨਿੱਜਰ, ਬਿਲਕੁਲ, ਉਹ ਜਿਹੜੇ ਹੈ ਉਹ ਹੁਣੇ ਮੰਤਰੀ ਬਣੇ ਆ, ਪਰ ਉਹ ਵੀ ਪੜ੍ਹੇ ਲਿਖੇ ਡਾਕਟਰ ਹੈਗੇ ਆ, MBBS ਕੀਤੀ ਹੈ, MD ਕੀਤੀ ਹੈ। ਉਹ ਇਸ ਮਹਿਕਮੇ ਚੋਂ ਬਾਹਰ ਆ, ਤੇ ਜਿਹੜੇ ਬਣੇ ਆ ਉਹਨਾਂ ਨੂੰ ਵਧਾਈ ਦਿਓ। ਉਹ ਤੇ ਫਿਰ ਤੁਹਾਨੂੰ ਪਤਾ ਜਿਸ ਤਰ੍ਹਾਂ ਦੇ ਹੈ। ਓਵਰਆਲ ਡੇਟਾ ਇਹ ਆ ਗਿਆ ਸਾਹਮਣੇ ਕਿ 15 ਮਿਨਿਸਟਰਾਂ ਚੋਂ 7 ਜਾਂ ਤੇ 10 ਆ, ਤੇ ਜਾਂ 12 ਪੜ੍ਹੇ ਆ, ਤੇ ਉਹ ਚੀਫ ਮਿਨਿਸਟਰ ਤੋਂ ਹੀ ਸ਼ੁਰੂ ਹੋ ਜਾਂਦੇ, ਉਹ ਵੀ ਇਸੇ ਤਰ੍ਹਾਂ ਹੀ ਆ। ਤੇ ਮਤਲਬ 12 ਵਾਲਿਆਂ 'ਚ ਇਸ ਤਰ੍ਹਾਂ ਹੀ ਅਨਮੋਲ ਗਗਨ ਮਿਨਿਸਟਰ ਬਣ ਗਏ ਆ। ਗਾਉਣ ਵਜਾਉਣ ਦਾ ਕੰਮ ਉਹਨਾਂ ਦਾ ਕੋਈ ਹੈ ਵਧੀਆ, ਮਤਲਬ ਗੀਤਕਾਰ ਜਾਂ ਮਿਊਜ਼ਿਕ ਇੰਡਸਟਰੀ ਦੇ ਨਾਲ ਸੰਬੰਧਿਤ ਹੈਗੇ, ਕਲਾਕਾਰ ਜਿਨ੍ਹਾਂ ਨੂੰ ਕਹਿੰਦੇ, ਉਹਨਾਂ ਨੂੰ ਕੋਈ ਬਹੁਤਾ ਪੜ੍ਹਨ ਦੀ ਲੋੜ ਨਹੀਂ, ਉਹ ਤੇ ਰੱਬੋਂ ਹੈਗਾ। ਪਰ ਉੱਥੇ ਵੀ ਇਹ ਗੱਲ ਹੈਗੀ ਹੈ। ਇਹਨਾਂ ਦੇ ਅੰਦਰ ਵੀ ਕਈ ਬੜੇ ਹੋਰ ਪੜ੍ਹੇ ਲਿਖੇ ਮੈਰੀਟੋਰੀਅਸ 92 ਦੇ ਵਿੱਚੋਂ ਹੈਗੇ ਆ। ਪਰ ਤੁਹਾਨੂੰ ਜਿਵੇਂ ਮੈਂ ਦੱਸਿਆ, ਜਦੋਂ ਸੱਤਾ, ਇਹ ਵੀ ਦੇਖਣਾ ਪੈਂਦਾ ਕਿ ਕਿਹੜੇ ਇਲਾਕੇ ਚੋਂ ਕਿਹੜਾ ਕਿੱਥੇ ਚਲੇ ਗਿਆ, ਕੀ ਜਾਤਾਂ ਦਾ ਤੇ ਧਰਮਾਂ ਦਾ ਤਵਾਜ਼ਨ ਰਹਿ ਗਿਆ। ਅੱਜ ਦਾ ਰੌਲਾ ਇਹੀ ਪਿਆ ਹੋਇਆ ਵੀ ਮਾਝੇ 'ਚ 5 ਬਣ ਗਏ ਜੀ, ਉਹ ਫਲਾਨਾ ਮਾਲਵੇ 'ਚ 9 ਹੀ ਰਹਿ ਗਏ ਜੀ, ਫਿਰ ਦੁਆਬੇ ਸਾਰੇ 'ਚੋਂ ਜੀ ਇੱਕੋ ਹੀ ਹੋਇਆ, ਤੇ ਦੁਆਬੇ 'ਚੋਂ ਹੋਰ ਹੋਣੇ ਚਾਹੀਦੇ। ਜਿਵੇਂ ਇਸ ਕਿਸਮ ਦਾ ਵੀ ਲੋਕ ਰੌਲਾ ਰੱਪਾ ਪੈਂਦਾ। ਇਸ ਲਈ ਜਦੋਂ ਮਨਿਸਟਰੀਆਂ ਵੰਡੀਆਂ ਜਾਂਦੀਆਂ, ਉਹਦੇ 'ਚ ਕਿਹੜੇ ਤੁਸੀਂ ਜੇ ਪੁਰਾਣੀਆਂ ਮਨਿਸਟਰੀਆਂ ਦਾ ਲਾਓ, ਨਵਿਆਂ ਦਾ ਤੇ ਹੁਣ ਇਹ ਅਜੇ ਸਾਹਮਣੇ ਆਊਗਾ ਵੀ ਮਲਾਈਦਾਰ ਜਿਹਨੂੰ ਕਹਿੰਦੇ ਮਹਿਕਮੇ ਕਿਹੜੇ ਆ, ਉਹ ਮਨਿਸਟਰੀਆਂ
ਜਾਂ ਉਹ ਮਿਨਿਸਟਰੀਆਂ ਕਿਹੜੀਆਂ ਆ ਜਿੱਥੇ ਸਰਕਾਰ ਦੀ ਜ਼ਿਆਦਾ ਓਏ ਤੋਏ ਬਾਅਦ ਵਿੱਚ ਹੋ ਸਕਦੀ ਹੈ, ਜਿਹੜੇ ਵਾਅਦੇ ਕੀਤੇ ਆ। ਫਾਰ ਇੰਸਟੈਂਸ ਹੁਣ ਡਰੱਗ ਦਾ ਹੈਗਾ, ਉਹ ਆਪਣੇ ਆਪ 'ਚ ਬਹੁਤ ਵੱਡਾ ਮਾਮਲਾ। ਉਹ ਕਿਹੜੇ ਬੰਦਿਆਂ ਨੂੰ, ਕਿਹੜੇ ਮਹਿਕਮੇ ਨੂੰ ਉੱਥੇ ਚੰਗੇ ਬੰਦੇ ਲਾਉਣੇ ਤਾਂ ਕਿ ਉਹਦਾ ਕੋਈ ਰੁਕਾਵਟ ਰੋਕਿਆ ਜਾ ਸਕੇ। ਜਾਂ ਸਿਹਤ ਤੇ ਸਿੱਖਿਆ ਦੇ ਦੋ ਅਹਿਮ ਪਹੀਏ ਸਮਾਜ ਦੇ, ਜਿਹਦੇ ਤੇ ਸਾਰੇ ਸਮਾਜ ਦੀ ਗੱਡੀ ਰਿੜਦੀ ਹੈ, ਉਹ ਵੀ ਉਹਨਾਂ ਨੂੰ ਰੱਖਣਾ ਪਊਗਾ ਕਿ ਉਹ ਬੰਦੇ ਲਾਇਲ ਵੀ ਹੋਣ ਤੇ ਉੱਥੇ ਉਹਨਾਂ ਦੀ ਡਿਲੀਵਰੀ ਵੀ ਹੋਵੇ। ਉਹਦੇ 'ਚ ਵੀ ਦੇਖਿਆ ਜਾਏ ਤਾਂ ਮੀਤ ਹੇਅਰ ਵਾਲਾ ਜਿਹੜਾ ਐਜੂਕੇਸ਼ਨ ਦਾ ਕੁਝ ਇੱਕ ਸਕੂਲਾਂ ਵਾਲਾ ਬੈਂਸ ਸਾਹਿਬ ਨੂੰ ਦੇਤਾ, ਹਰਜੋਤ ਬੈਂਸ ਨੂੰ, ਔਰ ਜਿਹੜਾ ਹਾਇਰ ਐਜੂਕੇਸ਼ਨ ਦਾ ਉਹ ਮੀਤ ਹੇਅਰ ਨੂੰ ਦੇਤਾ। ਉੱਪਰ ਥੱਲੇ ਹੋਈ ਆ ਗੱਲ। ਓਵਰਆਲ ਮਿਨਿਸਟਰ ਚਲੋ ਕਿਸੇ ਨਾ ਕਿਸੇ ਨੂੰ ਬਣਾਉਣਾ ਸੀ। ਇਹ ਵੀ ਗੱਲ ਸਾਨੂੰ ਯਾਦ ਰੱਖਣੀ ਚਾਹੀਦੀ ਹੈ ਕਿ ਪੜ੍ਹੇ ਲਿਖੇ ਬੰਦੇ ਦਾ ਆਟੋਮੈਟਿਕਲੀ ਮਤਲਬ ਇਹ ਨਹੀਂ ਹੈ ਕਿ ਉਹ ਇਮਾਨਦਾਰ ਵੀ ਜ਼ਿਆਦਾ ਤੇ ਕੰਮ ਵੀ ਜ਼ਿਆਦਾ ਕਰੂਗਾ, ਐਫੀਸ਼ੀਐਂਟ ਵੀ ਜ਼ਿਆਦਾ ਹੋਊ। ਇਹ ਉਲਟਾ ਵੀ ਹੋ ਸਕਦਾ ਕਿ ਉਹ ਆਪਣੀ ਪੜ੍ਹਾਈ, ਆਪਣੀ ਅਕਲਮੰਦੀ ਨੂੰ ਉਹ ਜਨਤਾ ਦੇ ਵਿਰੁੱਧ ਤੇ ਆਪਣੇ ਹਿੱਤ ਵਿੱਚ ਉਲਟਾ ਵੀ ਵਰਤ ਸਕਦਾ ਨਾ, ਆਪਣੇ ਹਿੱਤ 'ਚ ਵਰਤ ਸਕਦਾ। ਤੇ ਇਹ ਕੋਈ ਗਰੰਟੀ ਨਹੀਂ ਹੈ। ਤੁਹਾਡੇ ਸਾਹਮਣੇ ਗਿਆਨੀ ਪਾਸ ਸੀਗੇ, ਗਿਆਨੀ ਜੀ ਜਿਹੜੇ ਆਪਣੇ ਰਾਸ਼ਟਰਪਤੀ ਬਣੇ ਸੀਗੇ, ਤੇ ਉਹ ਸਿਆਣੇ ਹੀ ਸੀਗੇ, ਕੋਈ ਇਹੋ ਜਿਹੀ ਗੱਲ ਨਹੀਂ ਹੈ। ਕਾਫੀ ਰਾਜਨੀਤਿਕ ਤੌਰ ਤੇ ਮੰਝ ਹੋਏ ਸੀ ਤੇ ਬੜੇ ਚੰਗੇ ਫੈਸਲੇ ਲੈਂਦੇ ਸੀਗੇ। ਔਰ ਇੱਥੋਂ ਤੱਕ ਕਿ ਉਹ ਇੰਦਰਾ ਗਾਂਧੀ ਦੇ ਵਰਗੇ ਪ੍ਰਧਾਨ ਮੰਤਰੀ ਦੇ ਵੀ ਬਹੁਤੇ ਹੱਥ ਠੋਕੇ ਨਹੀਂ ਬਣੇ। ਤੇ ਕਹਿਣ ਦਾ ਮੇਰਾ ਮਤਲਬ ਇਹ ਹੈ ਕਿ ਕੋਈ ਪੜ੍ਹਾਈ ਦਾ ਸਿੱਧਾ ਸਿੱਧਾ ਆਟੋਮੈਟਿਕ ਮਾਨੇ ਨਹੀਂ ਹੈ, ਪਰ ਜਿੱਥੇ ਟੈਕਨੀਕਲ ਮਤਲਬ ਜਿੱਥੇ ਟੈਕਨੀਕਲ ਮੁੱਦੇ ਹੋਣ, ਜਿਸ ਤਰ੍ਹਾਂ ਜੇ ਡਾਕਟਰੀ ਪਾਸ ਜਾਂ ਡਾਕਟਰ ਕੋਈ ਬੰਦਾ ਮੈਡੀਕਲ ਦਾ ਮਿਨਿਸਟਰ ਬਣਦਾ ਤੇ ਉਹਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਪਹਿਲਾਂ ਪਤਾ ਹੋਊਗਾ ਤੇ ਉਹ ਈਜ਼ੀਲੀ ਸੁਧਾਰ ਉਹਦੇ 'ਚ ਆਪਣਾ ਇਨੀਸ਼ੀਏਟ ਕਰ ਸਕਦਾ। ਇਸੇ ਤਰ੍ਹਾਂ ਜੇ ਕੋਈ ਪੜ੍ਹਿਆ ਲਿਖਿਆ ਐਜੂਕੇਸ਼ਨ ਦੇ ਵਿੱਚ ਜਿਹਦੀ ਦਿਲਚਸਪੀ ਵੀ ਆ, ਸੁਧਾਰ ਵਿੱਚ ਵੀ ਦਿਲਚਸਪੀ ਆ, ਤੇ ਖੁਦ ਵੀ ਪੜ੍ਹਿਆ ਲਿਖਿਆ ਥੋੜਾ ਬਹੁਤ ਪਹਿਲਾਂ ਹੀ ਜਾਣੂ ਆ ਕਿ ਮਸਲੇ ਟੀਚਰਾਂ ਦੇ, ਵਿਦਿਆਰਥੀਆਂ ਦੇ, ਇਨਫਰਾਸਟ੍ਰਕਚਰ ਦੇ ਕੀ ਆ, ਤੇ ਉਹ ਜ਼ਿਆਦਾ ਕਾਰਗਰ ਹੋ ਸਕਦਾ। ਮੇਰਾ ਖਿਆਲ ਹੈ ਕਿ ਆਪਾਂ ਅਜੇ ਮਿਨਿਸਟਰੀ ਵੱਧ ਫੁੱਲ ਰਹੀ ਆ, ਉਹਨਾਂ ਨੂੰ ਵਧਾਈਆਂ ਦਈਏ ਜਿਹੜੇ ਨਵੇਂ ਮਿਨਿਸਟਰ ਬਣੇ ਆ, ਤੇ ਉਹਨਾਂ ਨੂੰ ਅਜੇ ਬੈਠਣ ਲਈ ਦਫ਼ਤਰ ਨਹੀਂ ਮਿਲੇ, ਉਹ ਸਾਫ਼ ਸੁਥਰੇ ਕਰਕੇ ਉਹ ਆਪਣਾ ਕੰਮ ਸ਼ੁਰੂ ਕਰਨ ਤਾਂ ਕਿ ਲੋਕਾਂ ਨਾਲ ਕੀਤੇ ਹੋਏ ਵਾਅਦੇ ਉਹ ਇੰਚ ਬਾਈ ਇੰਚ, ਕਦਮ ਬਾ ਕਦਮ ਪੂਰੇ ਹੁੰਦੇ ਨਜ਼ਰ ਆਉਣ। ਚਲੋ ਚਰਚਾ ਤਾਂ ਇੱਕ ਹੋਰ ਸ਼ੁਰੂ ਹੋ ਗਈ ਨਾ ਕਿ ਇੱਧਰ ਜਿਹੜੇ ਤਾਂ ਡੇਰੇ ਲਾਈ ਬੈਠੇ ਸੀ ਮੀਤ ਹੇਅਰ ਉਹਨਾਂ ਦੀ ਬਰਨਾਲਾ ਕੋਠੀ ਦੇ ਬਾਹਰ, ਤੇ ਉਹਨਾਂ ਨੂੰ ਹੁਣ ਕਹਿੰਦੇ ਸ਼ਾਇਦ ਵੀਰਾਂ ਘੱਤ ਕੇ ਜਿਹੜੇ ਬੇਰੁਜ਼ਗਾਰ ਅਧਿਆਪਕ ਨੇ ਉਹ ਹੁਣ ਆਨੰਦਪੁਰ ਸਾਹਿਬ ਵੱਲ ਨੂੰ ਤੁਰਨਗੇ ਜਿੱਥੇ ਹਰਜੋਤ ਬੈਂਸ ਹੋਰੀ ਸਿੱਖਿਆ ਮੰਤਰੀ ਬੈਠੇ ਨੇ ਜਾਂ ਉਹਨਾਂ ਦੀ ਕੋਠੀ ਹੈ। ਪਰ ਇੱਕ ਨਾਲੋਂ ਨਾਲ ਇਹ ਵੀ ਗੱਲ ਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਰਾਂ ਦਾ ਘਰ ਤਾਂ ਕਿਤੇ ਜਾਣ ਨਹੀਂ ਲੱਗਿਆ, ਉਹ ਤਾਂ ਸੰਗਰੂਰ ਦੇ ਵਿੱਚ ਹੀ ਰਹਿਣਾ ਤੇ ਅੱਧਾ ਡੇਰਾ ਉੱਥੇ ਵੀ ਲੱਗਿਆ ਰਹਿਣਾ। ਲੋਕਾਂ ਨੂੰ ਪਤਾ ਲੱਗਦਾ ਰਹੇਗਾ। ਜਿਵੇਂ ਇੱਧਰ ਕੈਪਟਨ ਸਾਹਿਬ ਜਦੋਂ ਗਏ ਤਾਂ ਚੰਨੀ ਸਾਹਿਬ ਦਾ ਕਾਫਲਾ ਉਧਰ ਨੂੰ ਤੁਰ ਪਿਆ ਸਾਰਾ, ਚੰਨੀ ਸਾਹਿਬ ਵੱਲ ਨੂੰ, ਜਿਹੜੇ ਵਿਚਾਰੇ ਸਰਕਾਰਾਂ ਨਾਲ ਦੋ ਚਾਰ ਹੁੰਦੇ ਨੇ। ਮੈਂ ਅਗਲੀ ਗੱਲ ਜਿਹੜੀ ਸਵਾਲ ਦੇ ਉੱਤੇ ਆਵਾਂ, ਪ੍ਰੋਫੈਸਰ ਸਾਹਿਬ, ਦੋ ਸਰਕਾਰ ਦੀਆਂ ਇੱਕ ਚੰਗੀਆਂ ਖਬਰਾਂ ਜਿਹੜੀਆਂ ਲੱਗੀਆਂ ਸਾਨੂੰ ਕਿ ਇੱਕ ਤਾਂ ਉਹਨਾਂ ਨੇ ਜਿਹੜੇ ਵਿਦੇਸ਼ਾਂ ਵਿੱਚ ਛੁੱਟੀ ਮਾਰ ਕੇ ਚਲੇ ਜਾਂਦੇ ਨੇ ਸਰਕਾਰੀ ਮੁਲਾਜ਼ਮ, ਉਹਨਾਂ ਤੇ ਨੱਥ ਕੱਸਣ ਦੀ ਤਿਆਰੀ ਕੀਤੀ ਹੈ। ਇਹ ਆਪਣੇ ਆਪ 'ਚ ਇੱਕ ਚੰਗਾ ਕਦਮ ਹੈ। ਦੂਜਾ ਇਹ ਕਿ ਮੀਤ ਹੇਅਰ ਉਹਨਾਂ ਨੇ ਹੁਕਮ ਜਾਰੀ ਕੀਤਾ ਕਿ ਪੰਜਾਬ ਦੇ ਦਫ਼ਤਰਾਂ ਦੇ ਵਿੱਚ ਸਿਰਫ ਪੰਜਾਬੀ ਵਰਤੀ ਜਾਵੇ। ਪਰ ਇਹ ਸਿਰਫ ਹੁਕਮ ਨਾ ਰਹਿ ਜੇ, ਗੱਲ ਤਾਂ ਇਹ ਹੈ ਕਿ ਜ਼ਮੀਨੀ ਪੱਧਰ ਤੇ ਲਾਗੂ ਹੋਣਾ ਚਾਹੀਦਾ। ਪਿਛਲਿਆਂ ਨੇ ਵੀ ਬੜਾ ਵਿਧਾਨ ਸਭਾ 'ਚ ਵੀ ਲਿਆਂਦੇ ਮਤੇ ਪੰਜਾਬੀ ਭਾਸ਼ਾ ਨੂੰ ਲੈ ਕੇ। ਦੇਖੋ, ਇਹ ਤੇ ਜਿਹੜੀਆਂ ਕੰਪਨੀਆਂ ਨੇ ਆ ਬੜੀਆਂ ਵੱਡੀਆਂ ਸੜਕਾਂ ਬਣਾਈਆਂ, ਤੁਹਾਨੂੰ ਪਤਾ ਬੜਾ ਰੌਲਾ ਪਿਆ, ਉਹਨਾਂ ਤੇ ਕਾਲੀਆਂ ਕੂਚੀਆਂ ਫੇਰੀਆਂ ਗਈਆਂ ਜਦੋਂ ਸਭ ਤੋਂ ਉੱਪਰ ਅੰਗਰੇਜ਼ੀ, ਕਈਆਂ ਨੇ ਤੇ ਕੱਲੀ ਅੰਗਰੇਜ਼ੀ ਲਿਖੀ, ਪੰਜਾਬੀ ਲਿਖੀ ਨਹੀਂ, ਫਿਰ ਉੱਥੇ ਅੰਗਰੇਜ਼ੀ, ਫਿਰ ਹਿੰਦੀ, ਜਾਂ ਲਾਸਟ ਵਿੱਚ ਪੰਜਾਬੀ ਲਿਖੀ। ਇਹਨਾਂ ਨੇ ਪੰਜਾਬੀ ਨੂੰ ਪ੍ਰਫੁੱਲਤ ਕਰਨ ਲਈ ਮੀਤ ਹੇਅਰ ਨੇ ਚੰਗੀ ਗੱਲ ਕੀਤੀ। ਮੈਨੂੰ ਵੀ ਚੰਗਾ ਲੱਗਾ ਕਿ ਅਸੀਂ ਜਿੰਨੇ ਵੀ ਬੋਰਡ, ਸਾਈਨ ਬੋਰਡ ਹੋਣਗੇ ਉਹਦੇ ਤੋਂ ਸਭ ਤੋਂ ਉੱਪਰ ਪੰਜਾਬੀ ਹੋਊਗੀ। ਇਹਦੇ ਨਾਲ ਮਾਣ ਲੋਕਾਂ ਨੂੰ ਮਹਿਸੂਸ ਹੁੰਦਾ। ਇਹ ਇਕੱਲੀ ਇਹਨਾਂ ਗੱਲਾਂ ਦੀ ਭਾਵਨਾਤਮਕ ਹੀ ਵਜ਼ਨ ਨਹੀਂ ਹੈਗਾ, ਉਹਦੀ ਉਨੀ ਹੀ ਕਦਰ ਨਹੀਂ ਹੈਗੀ, ਸਗੋਂ ਲੋਕਾਂ ਨੂੰ ਇੱਕ ਆਉਣ ਵਾਲੇ ਸਮੇਂ ਦੇ ਵਿੱਚ ਇਹ ਚੀਜ਼ ਦਰਸਾਉਂਦੀ ਹੈ ਕਿ ਵਾਕਿਆ ਹੀ ਸਾਡੀ ਮਾਂ ਬੋਲੀ ਦੀ, ਮਾਤ ਭਾਸ਼ਾ ਦੀ ਸਾਡੇ ਜੀਵਨ 'ਚ, ਸਾਡੀ ਸੋਚ ਵਿੱਚ, ਸਾਡੇ ਜਿਹੜੇ ਆਪਾਂ ਐਕਸ਼ਨ ਕਰਦੇ ਹਾਂ ਉਹਦੇ ਵਿੱਚ ਕੀ ਅਹਿਮੀਅਤ ਹੈਗੀ। ਦੂਸਰੀ ਗੱਲ ਕਿ ਅਸੀਂ ਦਫ਼ਤਰੀ, ਹਾਂ ਠੀਕ ਹੈ, ਉਹ ਤੇ ਪਹਿਲਾਂ ਵੀ ਦਫ਼ਤਰੀ ਤੇ ਮੇਰਾ ਖਿਆਲ ਸਰਕਾਰੀ ਸਾਡੀ ਜਿਹੜੀ ਭਾਸ਼ਾ ਉਹ ਪੰਜਾਬੀ 'ਚ ਹੈ। ਤੁਹਾਨੂੰ ਬਹੁਤੇ ਸਰਕੂਲਰ ਪਹਿਲਾਂ ਵੀ ਪੰਜਾਬੀ 'ਚ ਹੀ ਮਿਲਦੇ ਆ।
ਅਸਲੀ ਮਾਨਾ ਕੀ ਹੈ ਕਿ ਤੁਸੀਂ ਕੀ ਵਾਕਿਆ ਹੀ ਜਿਹੜਾ ਤੁਹਾਡਾ ਭਾਸ਼ਾ ਵਿਭਾਗ ਆ, ਜਾਂ ਪੰਜਾਬੀ ਯੂਨੀਵਰਸਿਟੀ ਹੈ, ਜਾਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਹੈਗੀ ਹੈ, ਜਾਂ ਪੰਜਾਬ ਦੇ ਵਿੱਚ ਪੰਜਾਬੀ ਦੇ ਟੀਚਰਾਂ ਦੀ ਭਰਤੀ ਹੈ, ਜਾਂ ਕਾਲਜਾਂ ਜਾਂ ਹਾਇਰ ਐਜੂਕੇਸ਼ਨ ਦੇ ਵਿੱਚ ਭਾਸ਼ਾ ਦੇ ਪੋਸਟਾਂ ਪੰਜਾਬੀ ਦੀਆਂ ਉਹ ਕੀ ਅਸੀਂ ਸਾਰੀਆਂ ਭਰਾਂਗੇ, ਜਾਂ ਨਵੇਂ ਕੋਈ ਸੈਂਟਰ ਰਿਸਰਚ ਸੈਂਟਰ ਭਾਸ਼ਾ ਤੇ ਪੰਜਾਬੀ ਭਾਸ਼ਾ ਤੇ ਬਣਾਵਾਂਗੇ। ਜਿਹੜੇ ਪਹਿਲਾਂ ਉੱਜੜ ਰਹੇ ਆ, ਭੁੱਖੇ ਮਰ ਰਹੇ ਆ, ਬੰਦ ਹੋਣ ਦੇ ਕਿਨਾਰੇ ਆ, ਉਹਨਾਂ ਲਈ ਅਸੀਂ ਕੀ ਕਰਾਂਗੇ। ਕੱਲਾ ਆਪਾਂ ਹਵਾਬਾਜੀ ਦੇ ਨਾਲ, ਬੋਰਡ ਲਾਉਣ ਦੇ ਨਾਲ ਪੰਜਾਬੀ ਪ੍ਰਫੁੱਲਤ ਨਹੀਂ ਹੋਣੀ। ਉਹਦੇ ਲਈ ਧਰਾਤਲ ਤੇ ਜਿੱਥੇ ਖੋਜ ਕਰਨ ਦੀ ਲੋੜ ਆ, ਉੱਥੇ ਇਹਨਾਂ ਪ੍ਰੋਜੈਕਟਸ ਨੂੰ ਸਰਕਾਰ ਵੱਲੋਂ ਵੱਡੇ ਪੱਧਰ ਦੇ ਉੱਤੇ ਫੰਡਿੰਗ ਦੀ ਲੋੜ ਹੁੰਦੀ ਹੈ। ਹੁਣ ਪੰਜਾਬੀ ਯੂਨੀਵਰਸਿਟੀ ਵਿੱਚ ਚੰਨੀ ਸਾਹਿਬ ਆਏ, ਉਹਨਾਂ ਨੇ ਕਿਹਾ ਜੀ ਸਾਰਾ ਹੀ ਕਰਜ਼ਾ ਚੱਕ ਦਿਆਂਗੇ, ਤੁਸੀਂ ਤੁਹਾਡਾ ਐ। ਫਿਰ ਭਗਵੰਤ ਮਾਨ ਜੀ ਚਲੇ ਗਏ, ਕਹਿੰਦੇ ਅਸੀਂ ਚੱਕ ਦਿਆਂਗੇ, ਕੋਈ ਗੱਲ ਨਹੀਂ, ਚੰਨੀ ਚੱਲ ਗਿਆ ਤੇ ਅਸੀਂ ਜੋ ਚੰਨ ਚੜ੍ਹ ਗਏ ਨਵੇਂ, ਤੇ ਤੁਹਾਨੂੰ ਪੂਰੀ ਰੋਸ਼ਨੀ ਮਿਲੂਗੀ। ਉਹ ਚੰਨ ਤੇ ਦੇਖੋ ਹਾਲ ਦੀ ਘੜੀ ਤੇ ਗ੍ਰਹਿਣ ਆਈਆਂ, ਪੂਰਾ ਨਹੀਂ ਚੜਿਆ। 200 ਕਰੋੜ ਦਿੱਤਾ, ਉਹਦਾ ਅਜੇ ਪਤਾ ਹੀ ਨਹੀਂ ਕੋਈ ਕਿ ਉਹ 200 ਕਰੋੜ ਕਰਜ਼ਾ ਲਾਉਣ ਲਈ ਦਿੱਤਾ ਜਾਂ ਤਨਖਾਹਾਂ ਲਈ ਦਿੱਤਾ। ਜੇ ਤਨਖਾਹਾਂ ਲਈ ਦਿੱਤਾ ਤੇ ਉਹ ਪਿਛਲੀ ਵਾਰੀ 207 ਕਰੋੜ ਸੀ, ਐਤਕੀ 200 ਕਰੋੜ ਦਿੱਤਾ, ਜਾਨੀ 7 ਕਰੋੜ ਘੱਟ ਦਿੱਤਾ। ਜੇ ਕਰਜ਼ਾ ਲਾਉਣ ਲਈ ਦਿੱਤਾ ਤੇ ਉਹ 150 ਕਰੋੜ ਦਾ ਕਰਜ਼ਾ ਲੈ ਜੂ, ਤੇ 50 ਕਰੋੜ ਚ ਕੀ ਗੰਜੇ ਨੇ ਨਹਾਉਣਾ, ਕੀ ਨਿਚੋੜਨਾ। ਉਹ ਫਿਰ 50 ਕਰੋੜ ਤੇ 2.5 ਮਹੀਨਿਆਂ ਦੀ ਤਨਖਾਹ ਆ, ਬਾਕੀ ਕਿੱਥੇ? ਜਿਹੜੇ ਬਾਕੀ ਦੇ 9.5 ਮਹੀਨੇ ਹੋਣਗੇ, ਉਹਦਾ ਤਨਖਾਹ ਕਿੱਥੋਂ ਲਿਆਉਣਗੇ? ਕਿਉਂਕਿ 20 ਕਰੋੜ ਰੁਪਇਆ ਤਨਖਾਹਾਂ ਪੈਨਸ਼ਨਾਂ ਜਿਹੜਾ ਫਿਕਸਡ ਹੈਗਾ, ਉਹ ਵੀਸੀ ਸਾਹਿਬ ਨੇ, ਅਰਵਿੰਦ ਜੀ ਨੇ, ਪ੍ਰੋਫੈਸਰ ਸਾਹਿਬ ਨੇ ਦੱਸਿਆ ਸੀਗਾ। ਇਹ ਸਾਰੇ ਮਾਮਲੇ ਹੈ। ਇਹ ਪੰਜਾਬੀ ਯੂਨੀਵਰਸਿਟੀ ਜਿਹੜੀ ਭਾਸ਼ਾ ਦੇ ਨਾਂ ਤੇ, ਪੰਜਾਬੀਆਂ ਦੇ ਨਾਂ ਤੇ, ਪੰਜਾਬੀਅਤ ਦੇ ਨਾਂ ਤੇ ਐਸਟੈਬਲਿਸ਼ ਹੈ, ਉਹਦੀ ਹਾਲਤ ਇਹ ਹੈ। ਇਸ ਲਈ ਇੱਧਰ ਧਿਆਨ ਦੇਣ। ਜੇ ਪੈਸਾ ਨਹੀਂ ਤੇ ਬਾਕੀ ਗੱਲਾਂ ਤੇ ਬਿਆਨਬਾਜ਼ੀ ਆ, ਐਵੇਂ ਕੋਈ ਉਹੋ ਜੀ ਵੱਡੀ ਗੱਲ ਹੈ ਨਹੀਂ ਹੈਗੀ। ਇਹ ਮੈਨੂੰ ਚੰਗਾ ਲੱਗਾ। ਜਿਹੜੇ ਬਾਹਰ ਬੰਦੇ ਘੇਸਲ ਮਾਰ ਕੇ ਬੈਠੇ ਆ ਇੱਥੇ 700 ਬੰਦੇ, ਉਹਨਾਂ ਨੂੰ ਖੁਦ ਹੀ ਆ, ਚਲੋ ਸ਼ੁਰੂ ਚ ਇੱਕ ਹੁੰਦਾ ਨੌਕਰੀ ਦੋਰੇ ਮਿਲਦੀ ਨਹੀਂ ਹੈ। ਜੇ ਸਾਲ 6 ਮਹੀਨੇ ਬੰਦਾ ਛੁੱਟੀ ਲੈ ਕੇ ਚਲੇ ਜਾਂਦਾ, ਜਿੰਨਾ ਕੁ ਹੱਕ ਵੀ ਬਣਦਾ ਹੁੰਦਾ, 1-2 ਸਾਲ ਦੀ ਛੁੱਟੀ ਬੰਦੇ ਲੈ ਲੈਂਦੇ ਆ ਕਿ ਯਾਰ ਉੱਥੇ ਜੇ ਜੀ ਲੱਗ ਗਿਆ, ਕੋਈ ਚੰਗਾ ਜੁਗਾੜ ਹੋ ਗਿਆ ਤੇ ਰਹਿ ਜਾਗੇ। ਪਰ ਕਈ ਸਾਲ, ਮੈਨੂੰ ਬਹੁਤ ਨੇੜੇ ਦੇ ਲੋਕਾਂ ਦਾ ਵੀ ਪਤਾ, ਕਈਆਂ ਨੂੰ ਮੈਂ ਫਿਰ ਅਕਲ ਦੇ ਰਾਹ ਵੀ ਪਾਇਆ, ਉਹ ਛੱਡੋ ਹੋਏ, ਤੁਸੀਂ ਵਾਪਸ ਆ ਜਾਓ, ਇੱਥੇ ਇੰਨੀਆਂ ਤਨਖਾਹਾਂ, ਇੰਨੀ ਪੈਨਸ਼ਨ, ਗੌਰਮੈਂਟ ਜੌਬ ਛੱਡ ਕੇ ਚਲੇ ਜਾਂਦੇ। ਕੋਈ ਕੰਮ ਆਏ ਟੀਚਰਾਂ ਦੀਆਂ ਕਿੰਨੀਆਂ ਤਨਖਾਹਾਂ, ਕਿੰਨੀਆਂ ਪੈਨਸ਼ਨਾਂ। ਤੇ ਉਹ ਫਿਰ ਕਈ ਤੇ ਸਾਡੇ ਆਖੇ ਲੱਗੇ। ਪਰ ਕਈ ਜਿਹੜੇ ਆ ਜਿਨ੍ਹਾਂ ਨੂੰ ਉੱਥੇ ਦਾ ਹੀ ਹਵਾ, ਜਲ, ਪਾਣੀ, ਬਰਗਰ ਚੰਗੇ ਲੱਗਦੇ ਆ, ਪੀਜੇ ਚੰਗੇ ਲੱਗਦੇ ਆ, ਜਾਂ ਉੱਥੇ ਦੀਆਂ ਗੱਡੀਆਂ ਚੰਗੀਆਂ ਲੱਗਦੀਆਂ, ਉਹ ਫਿਰ ਇੱਥੇ ਨਹੀਂ ਮੂੰਹ ਕਰਦੇ, ਕਹਿੰਦੇ ਘੱਟਾ ਮਿੱਟੀ ਬਹੁਤ ਆ ਇੱਥੇ। ਤੇ ਭਗਵੰਤ ਮਾਨ ਚੀਫ ਮਿਨਿਸਟਰ ਬਣ ਗਿਆ, ਜਿਵੇਂ ਉੱਥੇ ਬਹੁਤ ਕਿਤੇ ਵੱਡੇ ਤੁਰਲੀ ਖਾਨ ਹੋਣ। ਕੋਈ ਇਹੋ ਜਿਹੀ ਗੱਲ ਨਹੀਂ ਹੈ। ਚਾਹੀਦਾ ਇਹ ਹੈ ਕਿ ਉਹ ਖੁਦ ਹੀ ਜਿਹੜੇ ਬਾਹਰ ਬੈਠੇ ਆ, ਆਪਣੀ ਇਮਾਨਦਾਰੀ ਦੇ ਨਾਲ ਰੈਜ਼ਿਗਨੇਸ਼ਨ ਦੇ ਦੇਣ, ਜੇ ਦਿਲ ਲੱਗ ਗਿਆ ਤੇ, ਨਹੀਂ ਤੇ ਵਾਪਸ ਆ ਜਾਣ। ਸਾਲ 6 ਮਹੀਨੇ ਬਹੁਤ ਟਾਈਮ ਹੁੰਦਾ ਆਪਣੇ ਆਪ ਨੂੰ ਟੈਸਟ ਕਰਨ ਲਈ। ਜੇ ਜੜ ਲੱਗ ਗਈ ਉੱਥੇ ਤੇ ਵਾਹਵਾ ਭਲੀ, ਨਹੀਂ ਤੇ ਵਾਪਸ ਆ ਜਾਓ। ਇਹ ਨਹੀਂ ਹੈਗਾ ਕਿ ਤੁਸੀਂ ਇੱਥੇ ਫਾਨਾ ਵੀ ਫਸਾ ਛੱਡੋ, ਪੋਸਟ ਨੂੰ ਵੇਕੈਂਟ ਵੀ ਨਾ ਕਰੋ। ਕਈ ਤੇ ਘਰ ਵੀ ਨਹੀਂ ਖਾਲੀ ਕਰਦੇ, ਜਿਨ੍ਹਾਂ ਨੂੰ ਘਰ ਮਿਲੇ ਹੋਏ ਆ ਉਹ ਵੀ ਦਬਾ ਕੇ ਬਹਿ ਜਾਂਦੇ ਆ। ਬਾਕੀ ਦੇ ਵਿਚਾਰੇ ਧਮਾਤੜ ਸਾਥੀ ਜਿਹੜੇ ਟੀਚਰ ਆ, ਐਮਪਲਾਈ ਆ, ਹੋਰ ਜੋ ਵੀ ਹੋਣ, ਉਹ ਇੱਧਰ ਉੱਧਰ ਧੱਕੇ ਖਾਂਦੇ ਫਿਰਦੇ ਆ, ਘਰਾਂ ਦੁੱਖੋਂ ਤੇ ਵੀ ਤੇ ਨੌਕਰੀਆਂ ਤੋਂ ਵੀ। ਤੇ ਜੇ ਉਹ ਪੋਸਟਾਂ ਖਾਲੀ ਹੋ ਜਾਣ ਤੇ ਉਹਨਾਂ ਦੀ ਜਗ੍ਹਾ ਕੁਝ ਦੂਜੇ ਸਾਥੀ ਆ ਕੇ ਕੰਮ ਕਰ ਸਕਦੇ ਆ। ਇਹ ਉਹਨਾਂ ਨੂੰ ਆਪਣੀ ਦਿਆਨਤਦਾਰੀ ਦੇ ਨਾਲ ਕਰਨਾ ਚਾਹੀਦਾ। ਇਹ ਗੱਲ ਚੰਗੀ ਸ਼ੁਰੂਆਤ ਹੈ, ਕਿੰਨੀ ਪੂਰੀ ਹੁੰਦੀ ਹੈ ਵੇਖਾਂਗੇ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਾਫੀ ਫੋਰਮ ਦੇ ਵਿੱਚ ਸੀਗੇ। ਉਹਨਾਂ ਨੇ ਅੱਜ ਇੱਕ ਚੈਨਲ ਦੇ ਉੱਤੇ ਇੰਟਰਵਿਊ ਦੌਰਾਨ ਕਿਹਾ ਕਿ ਅਰਮੀਨੀਆ ਸਾਡੇ ਨੌਜਵਾਨ ਜਿਹੜੇ ਨੇ ਉਹ ਬੱਕਰੀਆਂ ਚਾਰਦੇ ਫਿਰਦੇ ਨੇ, ਦੁਬਈ 'ਚ ਸ਼ੇਖਾਂ ਦੇ ਊਠ ਚਾਰਦੇ ਫਿਰਦੇ ਨੇ। ਅਸੀਂ ਉਹਨਾਂ ਨੂੰ ਪੰਜਾਬ 'ਚ ਰੰਗਲਾ ਪੰਜਾਬ ਬਣਾ ਕੇ ਦਿਖਾਉਣਾ ਤਾਂ ਕਿ ਪੰਜਾਬ ਦੀ ਧਰਤੀ ਤੇ ਹੁਣ ਭਾਵੁਕ ਵੀ ਹੋਏ। ਪਰ ਇੱਥੋਂ ਜੇ ਸਰਕਾਰ ਵਾਕਈ ਚੰਗੀ ਨੀਅਤ ਹੈ ਤੇ ਸਮਾਂ ਦੇ ਵੀ ਦੇਣਾ ਚਾਹੀਦਾ। ਪ੍ਰੋਫੈਸਰ ਸਾਹਿਬ ਉਹ ਕਹਿੰਦੇ ਕਿ ਸਮਾਂ ਦਿਓ ਸਾਨੂੰ, ਅਸੀਂ ਕੰਮ ਕਰਾਂਗੇ। ਮੈਂ ਆਪਣੇ ਸਵਾਲ ਦੇ ਉੱਤੇ ਫੇਰ ਆਵਾਂ ਕਿ ਬੇਅਦਬੀ ਵਾਲਾ ਮਸਲਾ, ਬਾਈਬਲ ਕਲਾਂ ਗੋਲੀकांड 'ਚ ਪਟੀਸ਼ਨਾਂ ਖਾਰਜ ਹੋ ਗਈਆਂ ਮਾਨਯੋਗ ਹਾਈ ਕੋਰਟ 'ਚ। ਕੁੰਵਰ ਵਿਜੇ ਪ੍ਰਤਾਪ ਫੇਰ ਐਕਟਿਵ ਹੋਏ। ਸੋਸ਼ਲ ਮੀਡੀਆ ਤੇ ਤੁਸੀਂ ਟਵੀਟ ਪੜਿਆ ਹੋਣਾ, ਕਾਫੀ ਖੁਸ਼ੀ ਜ਼ਾਹਰ ਕੀਤੀ ਹੈ ਉਹਨਾਂ ਨੇ। ਨਾਲੋਂ ਨਾਲ ਇੱਕ ਹੋਰ ਬੇਅਦਬੀ ਦਾ ਪੱਖ, ਜਿਹੜਾ ਬੇਅਦਬੀ ਦਾ ਮਸਲਾ ਸਾਹਮਣੇ ਆ ਰਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਬੇਅਦਬੀ ਇਜਲਾਸ ਸੱਦਿਆ ਜਾਣਾ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ।
ਕੁੰਵਰ ਵਿਜੇ ਪ੍ਰਤਾਪ ਦਾ ਧੰਨਵਾਦ ਕੀਤਾ ਜਾ ਰਿਹਾ ਹੈ ਕਿ ਉਹਨਾਂ ਨੇ ਹਾਂ ਦਾ ਨਾਰਾ ਮਾਰਿਆ। ਪਰ ਇਹ ਇਜਲਾਸ ਜਿਹੜਾ ਆ ਉਹ ਸਰਕਾਰ ਦੇ ਲਈ ਬੜੀਆਂ ਵੱਡੀਆਂ ਚੁਣੌਤੀਆਂ ਖੜੀਆਂ ਕਰੇਗਾ ਕਿ ਤੁਸੀਂ ਬੇਅਦਬੀ ਨੂੰ ਲੈ ਕੇ ਕੀ ਸੋਚਦੇ ਹੋ। ਮੁੱਖ ਮੰਤਰੀ ਸਾਹਿਬ ਤਾਂ ਕਹਿੰਦੇ ਨੇ ਕਿ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਬੇਅਦਬੀ ਜਿਹੜੇ ਪੱਤਰੇ ਰੋਲੇ ਗਏ, ਅਸੀਂ ਇਨਸਾਫ ਦੇ ਲਈ ਪੂਰੀ ਕੋਸ਼ਿਸ਼ ਕਰਾਂਗੇ। ਦੇਖੋ ਸਮੀਰ ਸੈਣੀ ਤੇ ਉਹ ਜਿਹੜਾ ਆਈਜੀ ਉਮਰਾ ਨੰਗਲ ਜਿਹੜਾ ਉੱਥੇ ਕੋਟਕਪੂਰਾ ਤੇ ਬਹਿਬਲ ਕਲਾਂ ਸਾਰਾ ਉਹਨਾਂ ਦੇ ਵਿੱਚ ਉਹਨਾਂ ਦੀ ਇਨਵੋਲਵਮੈਂਟ ਹੈ, ਉਹ ਰਾਹਤ ਲਈ ਐਫ ਆਈ ਆਰਾਂ ਜਿਹੜੀਆਂ ਉਹਨਾਂ ਦੇ ਵਿਰੁੱਧ ਕੁੰਵਰ ਵਿਜੇ ਪ੍ਰਤਾਪ ਨੇ ਦਰਜ ਕਰਾਈਆਂ, ਚਲਾਨ ਪੇਸ਼ ਕਰਕੇ ਉਹਨਾਂ ਨੂੰ ਕੁਐਸ਼ ਕਰਨ ਲਈ ਹਾਈ ਕੋਰਟ ਦੇ ਵਿੱਚ ਗਏ ਸੀ ਵੀ ਇਹ ਗਲਤ ਆ, ਅਸੀਂ ਤੇ ਹੈ ਹੀ ਨਹੀਂ ਤੇ ਸਾਨੂੰ ਤੁਸੀਂ ਮਾਫ ਕਰੋ। ਉਹਨਾਂ ਨੇ ਕਿਹਾ ਨਥਿੰਗ ਡੂਇੰਗ, ਜੇ ਤੁਹਾਡੇ ਤੇ ਕੇਸ ਦਰਜ ਆ ਜਾ ਕੇ ਉੱਥੇ ਆਪਣੇ ਬਿਆਨ ਦਿਓ ਥੱਲੇ ਦੀ ਕੋਰਟ 'ਚ, ਭਾਵੇਂ ਉਹ ਫਰੀਦਕੋਟ ਦੀ ਆ ਜਾਂ ਜਿਹੜੀ ਵੀ ਕੋਰਟ ਵਿੱਚ ਹੈ, ਉੱਥੇ ਜਾ ਕੇ ਤੁਸੀਂ ਆਪਣੀ ਗੱਲ ਜਿਹੜੀ ਕਹਿਣਾ। ਸਾਡੇ ਕੋਲ ਕਿਉਂ ਭੱਜ ਕੇ ਆ ਗਏ ਆ, ਕੰਮ ਨੂੰ ਚੱਲਣ ਤੇ ਦਿਓ ਗਾਂ, ਇੰਨੇ ਸਾਲ ਹੋ ਗਏ 7 ਸਾਲ ਹੋ ਗਏ ਤੁਸੀਂ ਕਿਸੇ ਪਾਸੇ ਨਹੀਂ ਲੱਗਣ ਦਿੰਦੇ, ਕਦੀ ਕੋਈ ਆ ਜਾਂਦਾ ਕਦੀ ਕੋਈ ਆ ਜਾਂਦਾ। ਇਹਦੇ ਨਾਲ ਜਿਹੜੀਆਂ ਕੁੰਵਰ ਵਿਜੇ ਪ੍ਰਤਾਪ ਉਹਨਾਂ ਦੀਆਂ ਵੜਾਸ਼ਾਂ ਜ਼ਰੂਰ ਖਿੜੀਆਂ ਆ, ਕਿਉਂਕਿ ਉਹਨਾਂ ਨੂੰ ਪਹਿਲਾਂ ਇਸੇ ਹਾਈ ਕੋਰਟ ਦੇ ਵਿੱਚ ਕਿਹਾ ਗਿਆ ਸੀ ਕਿ ਤੁਸੀਂ ਐਵੇਂ ਜੇਦਬਾਜੀ ਵਿੱਚ ਕਈਆਂ ਬੰਦਿਆਂ ਦੇ ਧੱਕੇ ਨਾਲ ਨਾ ਪਾਉਂਦੇ ਫਿਰਦੇ ਆ, ਅਸਲ ਵਿੱਚ ਤੁਸੀਂ ਇਹ ਬਾਇਸਡ ਰਿਪੋਰਟ ਤਿਆਰ ਕੀਤੀ ਹੈ। ਫਿਰ ਇੱਕ ਨਵੀਂ SIT ਜਾਂ ਹੋਰ ਸਾਰਾ ਕੁਝ ਯਾਦ ਤੁਹਾਨੂੰ ਹੋਇਆ ਸੀਗਾ। ਹੁਣ ਇਸ ਗੱਲ ਦੇ ਅੱਜ ਦੇ ਫੈਸਲੇ ਨਾਲ ਉਹਨਾਂ ਦੀ ਉਹ ਜਿਹੜੀ ਧਾਰਨਾ ਜਾਂ ਭਾਵਨਾ ਉਹਨਾਂ ਬਾਰੇ ਬਣੀ ਸੀਗੀ ਉਹ ਵੀ ਟੁੱਟਦੀ ਹੈ, ਤੇ ਉਹਨੂੰ ਐਵੇਂ ਲੱਗਦਾ ਕਿ ਜਿਵੇਂ ਉਹਨਾਂ ਦੀ ਜਿਹੜੀ ਰਿਪੋਰਟ ਆ ਉਸ ਨੂੰ 4 ਚੰਨ ਲੱਗਦੇ ਨਜ਼ਰ ਆਉਂਦੇ, ਇਸੇ ਕਰਕੇ ਉਹ ਬੜੇ ਖੁਸ਼ ਆ। ਦੂਜੇ ਪਾਸੇ ਤੁਸੀਂ ਦੇਖੋ ਕਿ ਕੁੰਵਰ ਵਿਜੇ ਪ੍ਰਤਾਪ ਨੂੰ ਇਸ ਰਿਪੋਰਟ ਨੂੰ ਨਾਲ ਲੈ ਕੇ ਸਰਕਾਰ ਨੂੰ ਕੁੰਵਰ ਵਿਜੇ ਪ੍ਰਤਾਪ ਨੂੰ ਤੇ ਇਸ ਰਿਪੋਰਟ ਦੇ ਸੰਬੰਧ 'ਚ ਬਿਠਾ ਕੇ ਸਾਰੀ ਗੱਲ ਨੂੰ ਮੇਰਾ ਖਿਆਲ ਤੇਜ਼ੀ ਨਾਲ ਅੱਗੇ ਤੋਰਨਾ ਚਾਹੀਦਾ, ਕਿਉਂਕਿ ਸਭ ਤੋਂ ਕੀ ਪਰਸਨ ਜਿਹਨੇ ਸਭ ਤੋਂ ਵੱਧ ਫੈਕਟਸ ਫਿਗਰਸ ਇਕੱਠੀਆਂ ਕੀਤੀਆਂ ਉਹ ਕੁੰਵਰ ਵਿਜੇ ਪ੍ਰਤਾਪ ਪਿਛਲੀਆਂ ਸਰਕਾਰਾਂ ਵੇਲੇ। ਪਰ ਉਹ ਤੇ ਤਰਲੋ ਮੱਛੀ ਕਦੀ ਇੱਧਰ ਕਦੀ ਬੜੇ ਡਿਸਮੇਡ ਜਿਹਨੂੰ ਅੰਗਰੇਜ਼ੀ 'ਚ ਕਹਿੰਦੇ ਆ, ਕਿ ਉਹ ਬੜੇ ਨਿਰਾਸ਼ਾ ਦੇ ਆਲਮ 'ਚ ਆ। ਇੱਕ ਵਾਰੀ ਉਹਨਾਂ ਨੇ ਬਿਆਨ ਦੇ ਕੇ ਵੀ ਕਿਹਾ, ਇੱਕ ਵਾਰੀ ਉਹਨਾਂ ਨੇ ਚਿੱਠੀ ਲਿਖ ਕੇ ਕਿਹਾ ਕਿ ਜਦੋਂ ਕੋਈ ਕੇਸ ਹੁੰਦਾ ਮੈਨੂੰ ਵੀ ਉੱਥੇ ਸੱਦਿਆ ਜਾਏ, ਮੈਂ ਆਪਣੀ ਗੱਲ ਨੂੰ ਰੱਖਣਾ ਚਾਹੂੰਗਾ ਜੇ ਇਹ ਬਰਗਾੜੀ ਬਾਰੇ ਕੋਰਟ ਦੇ ਵਿੱਚ, ਹਾਈ ਕੋਰਟ ਤੇ। ਇਸੇ ਤਰੀਕੇ ਨਾਲ ਉਹਨਾਂ ਨੇ ਤੁਹਾਨੂੰ ਯਾਦ ਆ 10 ਮਿੰਟ ਦਾ ਟਾਈਮ ਮੰਗਿਆ ਸੀ ਕਿ ਮੈਨੂੰ ਗੱਲ ਤੇ ਕਰ ਦਿਓ, ਤੁਸੀਂ ਹੋਰ ਇੱਥੇ ਬਥੇਰੀਆਂ ਗੱਲਾਂ ਕਰ ਲਈਆਂ, ਤੂੰ ਮੈਂ ਵੀ ਹੋਈ, ਕਿ ਐਡੇ ਵੱਡੇ ਇਸ਼ੂ ਤੇ ਜਿਹੜਾ ਬਰਗਾੜੀ ਦਾ ਜਾਂ ਕੋਟਕਪੂਰੇ ਦੇ ਵਿੱਚ ਜੋ ਸਾਰਾ ਹੋਇਆ, ਤੇ ਤੁਸੀਂ ਮੈਨੂੰ 10 ਮਿੰਟ ਦੇ ਦਿਓ, ਜੇ ਬਾਕੀ ਵਿਰੋਧੀ ਪਾਰਟੀਆਂ ਹੋਰ ਵੀ ਸਾਰੇ ਬੋਲਣ ਅੱਧਾ ਘੰਟਾ ਸੈਸ਼ਨ ਵਧਾ ਲਓ, ਪਰ ਉਸ ਨੂੰ ਇਜਾਜ਼ਤ ਨਹੀਂ ਮਿਲੀ। ਇੱਕ ਸਾਨੂੰ ਚੰਗਾ ਨਹੀਂ ਲੱਗਦਾ ਕਿ ਜਦੋਂ ਇੰਨਾ ਖਰਚਾ ਕਰਕੇ ਤੁਸੀਂ ਇੱਕ ਐਡਾ ਵੱਡਾ ਇੱਥੇ ਜਦੋਂ ਰਿਜ਼ਲਟ ਆਉਂਦੇ ਉਦੋਂ ਦੇਖੋ ਤਾਂ ਰਾਤ ਦੇ ਭਾਵੇਂ 12 ਵੱਜਣ 1 ਵੱਜਣ, ਜਦੋਂ ਸੱਤਾ ਲੈਣੀ ਹੁੰਦੀ, ਜਦੋਂ ਰਿਜ਼ਲਟ ਆਉਂਦੇ ਕੋਈ ਲਿਮਿਟ ਲੱਗਦੀ ਹੈ? ਰਾਤ ਦੇ 12 ਵਜੇ ਤੱਕ ਵੀ ਬੈਠੇ ਰਹਿੰਦੇ ਕੈਮਰਿਆਂ ਵਾਲੇ ਵੀ, ਮੀਡੀਆ ਵਾਲੇ ਵੀ, ਤੇ ਇਹ ਵੀ ਵੋਟਾਂ ਧੜਾ ਧੜ ਗਿਣਦੇ ਆ। ਤੇ ਜਦੋਂ ਸੈਸ਼ਨ ਚੁਣ ਜਾਣ ਤੋਂ ਬਾਅਦ ਉਹਨਾਂ ਨੇ ਅੱਧਾ ਘੰਟੇ ਦਾ ਟਾਈਮ ਮੰਗਿਆ, ਫਿਰ ਸਾਡੇ ਕੋਲ ਟਾਈਮ ਹੈ ਨਹੀਂ। ਇਹ ਠੀਕ ਨਹੀਂ ਹੈ। ਇਹ ਜਦੋਂ ਸੱਤਾ ਲੈਣ ਵੇਲੇ ਤੁਹਾਡੇ ਰੰਗ ਹੋ ਰਿਹਾ ਸਾਰਿਆਂ ਦੇ, ਤੇ ਜਦੋਂ ਪਬਲਿਕ ਦੇ ਹਿੱਤ ਵਿੱਚ ਕੁਝ ਬਹਿਸ ਹੋਣੀ ਆ, ਕੁਝ ਇਨਕਸਾਫ ਹੋਣੇ ਆ, ਕੁਝ ਹੋਰ ਉਹਨਾਂ ਨੇ ਪਰਤਾਂ ਖੋਲਣੀਆਂ ਹੋਣਗੀਆਂ, ਉਹ ਤੇ ਤੁਸੀਂ ਢੱਕਣ ਦੇ ਕੇ ਉੱਥੇ ਰੱਖਤਾ ਵੀ ਜਾਓ ਅਸੀਂ ਨਹੀਂ ਕਰਦੇ। ਇਸ ਗੱਲ ਦਾ ਹੀ ਜਿਹੜਾ ਫਤਿਹਗੜ੍ਹ ਸਾਹਿਬ ਦੇ ਵਿੱਚ ਹਾਂ ਦਾ ਨਾਰਾ ਮਾਰਿਆ ਉਹਨਾਂ ਨੇ ਬਰਗਾੜੀ ਕੇਸ ਦੇ ਜਿਹੜੇ ਲੜ ਰਹੇ ਲੋਕ ਉਹਨਾਂ ਦੇ ਹੱਕ 'ਚ, ਉਹਨਾਂ ਨੂੰ ਜਿੱਥੇ ਸਨਮਾਨਿਤ ਕਰਨਾ ਆ ਹੋਰ 3 ਹਫ਼ਤਿਆਂ ਬਾਅਦ ਸ਼ਾਇਦ ਇਸੇ ਮਹੀਨੇ ਦੇ ਅੰਤ ਵਿੱਚ, ਉੱਥੇ ਉਹਨਾਂ ਵੱਲੋਂ ਇਹੋ ਜਿਹੀ ਪ੍ਰਪੋਜ਼ਲ ਵੀ ਹੈ ਕਿ ਅਸੀਂ ਜਿਹੜੀ ਹੁਣ ਵਾਲੀ ਸਰਕਾਰ ਆ ਉਹਨਾਂ ਸਾਰਿਆਂ ਨੂੰ ਬੁਲਾਵਾਂਗੇ ਤੇ ਫੇਸ ਟੂ ਫੇਸ ਕਰਾਵਾਂਗੇ ਤੇ ਪੁੱਛਾਂਗੇ ਕਿ ਦੱਸੋ ਸਾਨੂੰ ਕਿ ਕਿੱਥੇ ਦੇ ਰਹੀ ਹੈ, ਕਿਉਂ ਦੇ ਰਹੀ ਹੈ। ਯਾਨੀ ਜਿਹੜੇ ਸੱਤਾ 'ਚ ਬੈਠ ਕੇ, ਇਹਦਾ ਮਤਲਬ ਇਹ ਨਹੀਂ ਕਿ ਹੁਣ ਇਹਨਾਂ ਵੱਡੇ ਮੁੱਦਿਆਂ ਨੂੰ ਪਿੱਠ ਦੇ ਕੇ ਉਹ ਫਿਰ 4.5 ਸਾਲ ਬਾਅਦ ਮੁੜ ਕੇ ਮੂੰਹ ਦਿਖਾ ਲੈਣਗੇ ਨਾ। ਲੋਕ ਕਹਿੰਦੇ ਆ ਕਿ ਸੱਤਾ ਤੁਹਾਨੂੰ ਅਸੀਂ ਚੁਣਨ ਲਈ ਦਿੱਤੀ ਹੈ, ਨਾ ਕਿ ਮਨਮਰਜ਼ੀਆਂ ਕਰਨ ਲਈ, ਕੰਮ ਲਈ ਦਿੱਤੀ ਹੈ, ਜਾਣੀ ਚੁਣ ਕੇ ਕੰਮ ਕਰਨ ਲਈ। ਜੇ ਤੁਸੀਂ ਕੰਮ ਨਹੀਂ ਕਰੋਗੇ ਤੇ ਸੱਤਾ ਸਾਡੇ ਕੋਲ ਹੀ ਆ ਜੇ ਵੀ, ਉਹ ਕਹਿੰਦੇ ਆ। ਲੋਕ ਕਹਿੰਦੇ ਕਿ ਅਸੀਂ ਤੁਹਾਡੀ ਜਗ੍ਹਾ ਜਗ੍ਹਾ ਕਾਲੀਆਂ ਝੰਡੀਆਂ ਨਾਲ ਵੀ ਸਵਾਗਤ ਕਰਾਂਗੇ, ਤੇ ਇਹੋ ਜਿਹੀਆਂ ਇਨਵੀਟੇਸ਼ਨ ਦੇ ਕੇ, ਸਭਾਵਾਂ ਕਰਕੇ, ਕਨਵੈਨਸ਼ਨਾਂ ਕਰਕੇ ਉੱਥੇ ਵੀ ਤੁਹਾਡੀ ਜਵਾਬਦੇਹੀ ਤੈਅ ਕਰਾਂਗੇ। ਇਹ ਮੈਨੂੰ ਚੰਗੀ ਗੱਲ ਲੱਗਦੀ ਹੈ ਕਿ ਸਰਕਾਰ, ਬਹੁਤੀ ਵਾਰੀ ਲੋਕ ਕੀ ਕਰਦੇ ਸੀ ਕਿ ਜਿਹੜੇ ਮਿਨਿਸਟਰ ਬਣ ਗਏ ਉਦੋਂ ਫਿਰ ਆਪਣੀਆਂ ਜੁੱਤੀਆਂ ਘਸਾ ਕੇ ਉਹਨਾਂ ਦੀਆਂ ਸਿਫਾਰਸ਼ਾਂ ਲੱਭ ਕੇ, ਕਦੀ ਕੁਛ ਕਦੀ 4 ਕੋਈ ਥੈਲੀ ਦੇ ਕੇ, ਕੋਈ ਹੋਰ ਕੰਮ, ਕੋਈ ਵੋਟਾਂ ਦਾ
ਝਾਂਸਾ ਦੇ ਕੇ ਮੇਰੇ ਕੋਲੋਂ ਦੇਖ ਲਾ 500 ਵੋਟ ਆ, ਮੈਂ ਤੈਨੂੰ ਅਗਲੀ ਵਾਰ ਨੂੰ ਹਰਾ ਦੂੰ, ਕੋਈ ਕੁਛ ਜਿਹਦੇ ਕੋਲ ਜੋ ਆ ਉਹ ਸਾਰਾ ਕਰਕੇ ਤੇ ਕੰਮ ਚੱਲਦੇ ਸੀ। ਹੁਣ ਜਿਹੜੀ ਇੱਕ ਕਲੈਕਟਿਵ ਵਿਜ਼ਡਮ ਆ ਗਈ ਆ, ਇਹ ਪੰਜਾਬ ਦੇ ਅੰਦਰ ਲਗਾਤਾਰ ਆਪਾਂ ਨੂੰ ਦੇਖਣ ਨੂੰ, ਕਿਸਾਨਾਂ ਤੋਂ ਲੈ ਕੇ ਅੱਗੇ ਤੱਕ, ਕਿ ਲੋਕ ਇਹ ਸੋਚਦੇ ਆ ਕਿ ਜੇ ਝੰਡਾ ਡੰਡਾ ਵਾਲਾ ਜਿਹੜਾ ਰਸਤਾ ਅਪਣਾਇਆ ਜਾਏ ਤਾਂ ਉਹਦੇ ਨਾਲ ਇਹ ਲੋਕਾਂ ਨੂੰ ਜ਼ਿਆਦਾ ਅਸੀਂ ਆਰਾਮ ਨਾਲ ਘੱਟ ਤਰੱਦਦ ਕਰਕੇ, ਘੱਟ ਖਰਚੇ ਕਰਕੇ ਅਸੀਂ ਉਹਨਾਂ ਨੂੰ ਸਮਝਾ ਸਕਦੇ ਹਾਂ, ਆਪਣੇ ਮੁੱਦਿਆਂ ਨੂੰ ਅੱਗੇ ਰੱਖ ਕੇ, ਤੇ ਅਸੀਂ ਸਰਕਾਰ ਨੂੰ ਝੁਕਾ ਵੀ ਸਕਦੇ ਹਾਂ। ਇਹ ਇੱਕ ਚੰਗਾ ਤਰੀਕਾ ਹੈ ਤੇ ਇਹਦੇ ਨਾਲ ਹੀ ਡੈਮੋਕ੍ਰੇਸੀ, ਲੋਕਤੰਤਰਕ ਸੋਚ ਤੇ ਡੈਮੋਕ੍ਰੇਸੀ ਜਿੱਥੇ ਜਵਾਬਦੇਹੀ ਹੈ, ਜਿੱਥੇ ਪਾਰਦਰਸ਼ਤਾ, ਉਹ ਮਜ਼ਬੂਤ ਹੁੰਦੀ ਹੈ। ਇਸ ਪਾਸੇ ਨੂੰ ਪੰਜਾਬ ਤੇ ਪੰਜਾਬੀ ਚੱਲੇ ਆ। ਇਸੇ ਕਰਕੇ ਹੀ ਸਾਡੇ ਜਿਹੜੇ ਵੀਰ ਹੁਣ ਮਿਨਿਸਟਰ ਸਾਹਿਬਾਨ ਬਣੇ ਆ ਜਾਂ MLA ਆ, ਭਾਵੇਂ ਵਿਰੋਧੀ ਪਾਰਟੀਆਂ ਵਾਲੇ ਵੀ ਹੈਗੇ, ਉਹ ਸਾਰਿਆਂ ਨੂੰ ਸਮਝਣਾ ਚਾਹੀਦਾ ਕਿ ਸੱਤਾ ਤੁਹਾਡੀ ਜੇਬ 'ਚ ਨਹੀਂ ਜੇ, ਸੱਤਾ ਅਜੇ ਵੀ ਲੋਕਾਂ ਕੋਲ ਹੀ ਆ। ਜਦੋਂ ਮਰਜ਼ੀ ਉਹ ਆਪਣੀ ਪਟਾਰੀ 'ਚ ਸੱਪ ਕੱਢ ਕੇ ਤੇ ਤੁਹਾਡੇ ਸਾਹਮਣੇ ਖੜਾ ਕਰ ਸਕਦੇ ਆ। ਇੱਕ ਗੱਲ ਮੈਨੂੰ ਲੱਗੀ ਕਿ ਜਿਸ ਤਰ੍ਹਾਂ ਸੱਤਾ ਦਾ, ਜਿਸ ਤਰ੍ਹਾਂ ਕਹਿੰਦੇ ਸੀ ਕੇਜਰੀਵਾਲ ਜੀ ਬਾਰ-ਬਾਰ ਵਿਵਸਥਾ ਬਦਲਣ ਦੀ ਗੱਲ, ਵਿਵਸਥਾ ਦਾ ਬਦਲਾਅ ਕਰਾਂਗੇ, ਪਰ ਆ ਜਿਸ ਤਰ੍ਹਾਂ ਹੁਣ ਹਾਰੇ ਹੋਏ ਬੰਦਿਆਂ ਨੂੰ ਤੁਸੀਂ ਹਲਕਾ ਇੰਚਾਰਜ ਬਣਾ ਰਹੇ ਆ, ਜਾਂ ਜਿਹੜੇ ਜਿੱਤੇ ਹੋਏ ਵਿਰੋਧੀ ਪਾਰਟੀਆਂ ਦੇ MLA ਸਾਹਿਬਾਨ ਆ, ਉਹਨਾਂ ਨੂੰ ਕੋਈ ਪੁੱਛਦਾ ਨਹੀਂ, ਇਹ ਮਾੜੀ ਗੱਲ ਹੈ। ਤੁਸੀਂ ਮਤਲਬ ਇਹ ਥੋੜੀ ਗੱਲ ਹੈ ਵੀ ਜੇ ਜਿੱਤ ਗਏ ਫਿਰ ਤੇ ਤੁਸੀਂ ਹੈ ਹੀ ਆ ਹਵਾ 'ਚ, ਜੇ ਹਾਰ ਗਏ ਤੇ ਫਿਰ ਵੀ ਹਵਾ 'ਚ ਹੀ ਆ। ਵੀ ਸਾਰੇ ਜਿਹੜੇ ਅਫਸਰ ਸਾਹਿਬਾਨ ਆ, ਇਹ ਚਲਾਇਆ ਤੇ ਪੁਰਾਣੀਆਂ ਸਰਕਾਰਾਂ ਨੇ ਇਹ ਕੰਮ, ਮੇਰਾ ਖਿਆਲ ਅਕਾਲੀਆਂ ਵੇਲੇ ਚੱਲਿਆ, ਔਰ ਫਿਰ ਕਾਂਗਰਸ ਨੇ ਵੀ ਗਾਂਹ ਰੱਖਿਆ। ਹੁਣ ਉਹ ਭੁਗਤਣ ਇਸ ਗੱਲ ਨੂੰ, ਇਹ ਇਹਨਾਂ ਨੇ ਵੀ ਇਹੋ ਰੱਖਿਆ। ਇਹ ਕੰਮ ਬੰਦ ਹੋਣਾ ਚਾਹੀਦਾ। ਜਿਹੜੇ ਚੁਣੇ ਹੋਏ ਮੈਜੋਰਿਟੀ ਲੋਕਾਂ ਦੀ ਵੋਟਾਂ ਲੈ ਕੇ ਬਣੇ MLA ਸਾਹਿਬਾਨ ਆ, ਉਹਨਾਂ ਦੀ ਆਪਣੇ ਆਪਣੇ ਏਰੀਏ ਦੇ ਵਿੱਚ ਇੱਕ ਰੁਤਬਾ ਤੇ ਇੱਕ ਜਵਾਬਦੇਹੀ ਵੀ, ਕੱਲਾ ਰੁਤਬਾ ਹੀ ਨਹੀਂ, ਉਹਨਾਂ ਦੀ ਜਵਾਬਦੇਹੀ ਵੀ ਪਬਲਿਕ ਦੇ ਸਾਹਮਣੇ ਵੀ ਤੇ ਐਡਮਿਨਿਸਟ੍ਰੇਸ਼ਨ ਦੇ ਸਾਹਮਣੇ ਵੀ ਹੋਣੀ ਚਾਹੀਦੀ, ਤੇ ਐਡਮਿਨਿਸਟ੍ਰੇਸ਼ਨ ਦੀ ਵੀ ਉਹਨਾਂ ਚੁਣੇ ਹੋਏ ਨੁਮਾਇੰਦਿਆਂ ਦੇ ਸਾਹਮਣੇ ਉਹਨਾਂ ਦੀ ਜਵਾਬਦੇਹੀ ਹੋਣੀ ਚਾਹੀਦੀ ਹੈ। ਇਹ ਅਸੀਂ ਉਮੀਦ ਇੱਕ ਵਿਵਸਥਾ ਪਰਿਵਰਤਨ ਦੇ ਹਿੱਸੇ ਵਜੋਂ ਉਮੀਦ ਰੱਖਦੇ ਹਾਂ। ਜਿਵੇਂ ਪ੍ਰਧਾਨ ਮੰਤਰੀ ਮੋਦੀ ਸਾਹਿਬ ਕਹਿੰਦੇ ਸੀ ਕਿ ਨਾ ਖਾਵਾਂਗਾ ਨਾ ਖਾਣ ਦਿਆਂਗਾ, ਤੇ ਉਹ ਕਿੰਨਾ ਕਮਲ ਕੀਤਾ ਉਹਦੇ ਉੱਤੇ। ਇਸੇ ਤਰ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਵੀ ਕਹਿੰਦੇ ਨੇ ਕਿ ਇੱਕ ਇੱਕ ਪੈਸੇ ਦਾ ਹਿਸਾਬ ਨਾ ਇਹ ਤੇ ਮੇਰੇ ਬਹੁਤ ਕੋਲੇ। ਮਾੜੀ ਗੱਲ ਹੈ ਸੁਖਵਿੰਦਰ, ਨਾ ਖਾਣਾ ਨਾ ਖਾਣ ਦੇਣਾ, ਜਾਣੀ ਮੈਂ ਵੀ ਭੁੱਖਾ ਮਰੂੰਗਾ ਤੇ ਤੁਸੀਂ ਵੀ ਭੁੱਖੇ ਮਰੋਗੇ, ਮਾਰੂੰਗਾ। ਮਤਲਬ ਤੇ ਇਹ ਹੈ ਕਿ ਤੁਸੀਂ ਵੀ ਢਿੱਡ ਭਰ ਕੇ ਰੋਟੀ ਖਾਓ ਤੇ ਸਾਰੇ ਦੇਸ਼ ਨੂੰ ਵੀ ਢਿੱਡ ਭਰ ਕੇ ਰੋਟੀ ਖਵਾਓ। ਇਹ ਕਹੋ ਕਿ ਤੁਸੀਂ ਨਾ ਮੈਂ ਬੇਈਮਾਨੀ ਕਰੂੰਗਾ, ਨਾ ਮੈਂ ਕਿਸੇ ਨੂੰ ਹੋਰ ਕਰ ਦਊਗਾ, ਉਹ ਤੇ ਸਮਝ ਪੈਂਦੀ ਹੈ। ਨਾ ਖਾਊਂਗਾ ਨਾ ਖਾਣ ਦਊਂਗਾ, ਇਹ ਤੇ ਬੜਾ ਮਤਲਬ ਹੈ ਕਿ ਮੈਂ ਤੇ ਮਰੂੰਗਾ ਤੇ ਤੁਹਾਨੂੰ ਵੀ ਮਾਰੂੰਗਾ। ਇਹ ਕੋਈ ਬਹੁਤ ਹੀ ਚੰਗੀ ਗੱਲ। ਹਾਂਜੀ, ਮਜ਼ਾਕ 'ਚ ਕਹਿ ਰਹੇ। ਤੁਸੀਂ ਮਜ਼ਾਕ 'ਚ ਕਹਿ ਰਹੇ ਹੋ, ਬਿਲਕੁਲ। ਪਰ ਮੈਂ ਇਸ ਮਸਲੇ ਦੇ ਉੱਤੇ ਤਾਂ ਕਿਹਾ ਸੀ ਕਿ ਮੁੱਖ ਮੰਤਰੀ ਸਾਹਿਬ ਦਾ ਜਿਹੜਾ ਅੱਜ ਦਾ ਜਿਹੜੀ ਉਹਨਾਂ ਦੀ ਇੰਟਰਵਿਊ ਸੀਗੀ, ਉਹਦੇ ਵਿੱਚੋਂ ਕਾਫੀ ਭਾਵੁਕ ਹੋ ਕੇ ਇਹੋ ਜਿਹੀਆਂ ਗੱਲਾਂ ਕਰ ਰਹੇ ਸੀ ਕਿ ਹੁਣ ਤਾਂ ਜੀ ਟੈਚ ਹੀ ਨਹੀਂ ਜਾਂਦੇ ਇਹਨਾਂ ਦੇ ਘਰਾਂ ਦੇ ਵਿੱਚ ਜਿਹੜੇ ਇਹੋ ਜਿਹੇ ਮੁਲਾਜ਼ਮ ਭ੍ਰਿਸ਼ਟ ਸੀਗੇ। ਹੁਣ ਉਹ ਕਹਿੰਦੇ ਨੇ ਸਾਡੀਆਂ ਤਨਖਾਹਾਂ ਵਧਾ ਦਿਓ। ਤੇ ਉਧਰ ਮੈਂ ਖਬਰ ਪੜ੍ਹ ਰਿਹਾ ਸੀ ਕਿ ਦਿੱਲੀ ਦੇ ਵਿੱਚ ਅਰਵਿੰਦ ਕੇਜਰੀਵਾਲ ਸਰਕਾਰ ਨੇ MLAs ਦੀ ਤਨਖਾਹ 'ਚ ਵਾਧਾ ਕੀਤਾ, 90,000 ਰੁਪਈਆ ਤਨਖਾਹ ਲਾਤੀ। ਪਹਿਲਾਂ ਸ਼ਾਇਦ 53,000 ਸੀ, ਪਤਾ ਨਹੀਂ 58,000 ਸੀ। ਤੇ ਬਾਕੀ ਸੂਬਿਆਂ ਦੀ ਵੀ ਤੁਲਨਾ ਜਿਹੜੀ ਹੈ ਨਾ ਨਾਲੋਂ ਨਾਲ ਕੀਤੀ। ਮੈਂ ਸਵਾਲ ਪੂਰਾ ਕਰਾਂ ਪ੍ਰੋਫੈਸਰ ਸਾਹਿਬ, ਕਿ ਉਹ ਬਾਕੀ ਸੂਬਿਆਂ ਦੀ ਤੁਲਨਾ ਕਰ ਰਹੇ ਨੇ ਕਿ ਕਿਤੇ 2.5 ਲੱਖ ਹੈ, ਕਿਤੇ 2 ਲੱਖ ਹੈ, ਕਿਤੇ 1,90,000, ਕਿਤੇ 1 ਲੱਖ ਹੈ। ਏਦਾਂ ਉਹਨਾਂ ਨੇ ਤੁਲਨਾ ਕਰਕੇ ਕਿਹਾ ਕਿ ਦੇਖੋ ਦਿੱਲੀ ਦੇ ਵਿੱਚ ਬੜੇ ਸਾਲਾਂ ਬਾਅਦ ਇਹ ਵਧੀਆ। ਇਹਦਾ ਕੀ ਕਾਰਨ ਮੰਨਿਆ ਜਾਏ ਕਿ ਜੇ ਇੱਧਰੋਂ ਅਫਸਰਸ਼ਾਹੀ ਮੰਗਦੀ ਹੈ ਕਿ ਜੇ ਕਹਿੰਦੇ ਨੇ ਕਿ ਉਹ ਭ੍ਰਿਸ਼ਟ ਹੋਣੇ ਤਾਂ ਹੀ ਉਹਨਾਂ ਦੇ ਖਰਚੇ ਨਹੀਂ ਪੂਰੇ ਹੁੰਦੇ ਤਨਖਾਹ ਨਾਲ, ਉਹਨਾਂ ਨੂੰ ਪਤਾ ਹੀ ਹੋਣ ਲੱਗਿਆ ਤਨਖਾਹ ਕਿੰਨੀ ਹੈ, ਤੇ ਮੰਤਰੀਆਂ ਦੀ ਜਾਂ MLAs ਦੀ ਤਨਖਾਹ ਵਧਾਉਣ ਦਾ ਇਹ ਕਿਸ ਤਰ੍ਹਾਂ ਦਾ ਦੇਖਿਆ ਜਾਏ ਇਹਨੂੰ? ਨਹੀਂ ਦੇਖੋ, ਇਹ ਤੇ ਪੈਰਿਟੀ ਤੇ ਯੂਨੀਫਾਰਮਿਟੀ ਇਹਨਾਂ ਚੀਜ਼ਾਂ 'ਚ ਤੇ ਆ ਜਾਣੀ ਚਾਹੀਦੀ, ਪਰ ਕਿਉਂਕਿ ਸੂਬਿਆਂ ਦੇ ਆਪੋ ਆਪਣੇ ਹਿਸਾਬ ਕਿਤਾਬ ਆ, ਕਿਤੇ ਖਰਚੇ ਵੀ ਜ਼ਿਆਦਾ ਹੋ ਸਕਦੇ, ਕਿਤੇ ਖਰਚੇ ਘੱਟ ਵੀ ਹੋ ਸਕਦੇ ਆ। ਮੈਨੂੰ ਸੱਚੀ ਗੱਲ ਨਹੀਂ ਪਤਾ ਕਿ ਪੰਜਾਬ ਦੇ MLA ਸਾਹਿਬਾਨ ਦੀ ਕਿੰਨੀ ਤਨਖਾਹ ਆ, ਪਰ ਮੈਨੂੰ ਲੱਗਦਾ ਨਹੀਂ 90,000, ਪਰ ਉਹ ਪਰਵਾਹ ਥੋੜੀ ਕਰਦੇ ਆ ਕਿਉਂਕਿ ਉਹਨਾਂ ਦਾ ਤੇ ਇਨਕਮ ਟੈਕਸ ਵੀ, ਤਨਖਾਹ ਦਾ ਤਾਂ ਇਹ ਲੋਕ ਨਹੀਂ ਨਾ ਬਹੁਤਾ ਸੋਚਦੇ ਵੀ MLA ਦੀ ਤਨਖਾਹ ਕਿੰਨੀ ਆ, ਉਹ ਤੇ ਜੇਬ ਖਰਚਾ ਆ, ਹੈ ਨਾ। ਅਸਲ ਮਾਨਿਆਂ 'ਚ ਕਿ ਉਹਨਾਂ ਦਾ ਤੇ ਇਨਕਮ ਟੈਕਸ ਵੀ ਸਰਕਾਰ ਭਰਦੀ ਸੀ, ਉਹਨਾਂ ਨੂੰ ਤੇ ਹਰ ਵਾਰੀ 5 ਸਾਲਾਂ ਬਾਅਦ ਪੈਨਸ਼ਨ ਵੀ ਲੱਗਦੀ, ਕਈ ਕੁਛ ਉਹਨਾਂ ਦਾ ਸਾਰਾ। ਹੁਣ ਤੇ ਲੋਕਾਂ ਨੇ ਇਹ ਕਹਿਣਾ ਸ਼ੁਰੂ ਕਰਤਾ ਵੀ ਸਾਨੂੰ 30 ਸਾਲਾਂ ਬਾਅਦ ਪੈਨਸ਼ਨ ਲੱਗਦੀ ਆ ਤੇ ਇਹਨਾਂ ਨੂੰ 5 ਸਾਲਾਂ ਦੀ ਪੈਨਸ਼ਨ ਦਿਓ। ਇੱਕ ਪੈਨਸ਼ਨ ਤੇ ਦੇਣੀ ਹੈ, ਪਰ ਜੇ ਤੁਸੀਂ ਦੇਣੀ ਆ ਤੇ ਬਾਕੀ ਦੇ EMPLOYEES ਨੂੰ ਤੇ 5 ਸਾਲਾਂ ਦੇ ਨੌਕਰੀ ਕਰਨ ਤੋਂ ਬਾਅਦ ਪੈਨਸ਼ਨ ਨਹੀਂ ਮਿਲਦੀ, ਅਨਲੈਸ ਕਿ ਉਹ VRS ਲੈਣ,
ਜਾਂ ਉਹਨਾਂ ਨੂੰ ਆਫਰ ਦਿੱਤੀ ਜਾਏ। ਇਹਨਾਂ ਨੂੰ ਜਾਣੀ 5ਵਾਂ 6ਵਾਂ ਹਿੱਸਾ ਇੱਕ ਪੈਨਸ਼ਨ ਦਾ ਮਿਲਣਾ ਚਾਹੀਦਾ ਕਾਨੂੰਨ ਦੇ ਮੁਤਾਬਕ, ਜੇ ਪੈਰਿਟੀ ਲਿਆਉਣੀ ਹੈ। ਇਹ ਗੱਲਾਂ ਲੋਕ ਸੋਚਦੇ, ਰਾਜਨੀਤਿਕ ਚੇਤਨਾ ਦਾ ਅੱਗੇ ਨਾਲੋਂ ਲੋਕਾਂ ਦੇ ਵਿੱਚ ਬੜਾ ਆਭਾਰ ਹੈ। ਲੋਕ ਕਹਿੰਦੇ ਆ ਕਿ ਤੁਸੀਂ ਵੀ ਸਾਡੇ ਵਰਗੇ ਆ, ਸਾਡੇ ਨਾਲੋਂ ਅਲੱਗ ਨਹੀਂ। ਪਰ ਜਿਹੜਾ ਦਿੱਲੀ ਵਾਲਾ ਤੁਸੀਂ ਕਿਹਾ, ਉਹ ਦੇਖੋ ਇੱਕ ਗੱਲ ਸੁਖਵਿੰਦਰ ਆਪਾਂ ਸਮਝ ਲਓ, ਤਨਖਾਹ ਲੱਖ ਰੁਪਈਆ ਜਾਂ 1.5 ਲੱਖ ਰੁਪਈਆ ਜਾਂ 2 ਲੱਖ ਰੁਪਈਆ, ਉਹਦੇ ਨਾਲ ਸਰਕਾਰ ਗਰੀਬ ਨਹੀਂ ਹੁੰਦੀ। ਇੱਕ ਨੈਤਿਕ ਸਵਾਲ ਆ ਕਿ ਜੇ ਦੇਸ਼ ਦੇ ਅੰਦਰ ਸਾਡਾ ਦਿਹਾੜੀਦਾਰ ਮਜ਼ਦੂਰ ਇੰਨਾ ਘੱਟ ਪੈਸਾ ਲੈਂਦਾ, ਜਾਂ ਹੋਰ ਸਾਡੇ ਸਟਾਫ ਮੈਂਬਰ ਸਾਹਿਬਾਨ ਇੰਨਾ ਘੱਟ ਪੈਸਾ ਲੈਂਦੇ ਆ, ਤੇ MLA ਸਾਹਿਬਾਨ ਜਿਨ੍ਹਾਂ ਨੇ ਖੁਦ ਆਪਣੇ ਲਈ ਇਹ ਕਾਨੂੰਨ ਬਣਾਉਣਾ, ਉਹ ਇੰਨਾ ਜ਼ਿਆਦਾ ਪੈਸਾ ਕਿਉਂ ਲੈਣ? ਉਹਨਾਂ ਨੂੰ ਖੁਦ ਹੀ ਕਹਿੰਦੇ ਹੋ, ਜੇ ਘੜੇ ਦਾ ਮੂੰਹ ਵੱਡਾ ਹੋਏ ਤੇ ਫਿਰ ਜਿਹੜਾ ਹੁਣ ਜਿਹਨੇ ਉਹਦੇ ਚ ਮੂੰਹ ਪਾਉਣਾ ਉਹਨੂੰ ਹੀ ਸੋਚ ਲੈਣਾ ਚਾਹੀਦਾ ਕਿ ਕਿਤੇ ਫਸ ਨਾ ਜਾਏ। ਘੜੇ ਚ ਨਾ ਕਈ ਵਾਰੀ ਮੂੰਹ ਫਸ ਜਾਂਦਾ। ਤੇ ਉਸ ਲਈ ਇਹਨਾਂ ਨੇ ਖੁਦ ਆਪਣੇ ਲਈ ਕਾਨੂੰਨ ਬਣਾਉਣੇ ਆ, ਤੇ ਆਪ ਹੀ ਤੁਸੀਂ 2-2 3-3 4-4 ਗੁਣਾ ਤਨਖਾਹਾਂ ਕਰੀ ਜਾਓ। ਤੇ ਉਹ ਇੱਕ ਨੈਤਿਕ ਸਵਾਲ ਹੈ। ਜੇ ਲਿਆ ਜਾਵੇ ਫਾਈਨੈਂਸ਼ੀਅਲ, ਤੇ ਕੋਈ ਸਰਕਾਰ ਇਹਨਾਂ 100 200 400 MLA ਦੀ ਤਨਖਾਹਾਂ ਨਾਲ ਸਰਕਾਰ ਗਰੀਬ ਨਹੀਂ ਹੁੰਦੀ, ਬਸ਼ਰਤੇ ਕਿ ਉਹ ਮਿਹਨਤ ਦੇ ਨਾਲ, ਇਮਾਨਦਾਰੀ ਦੇ ਨਾਲ ਡਟ ਕੇ, ਜਿਸ ਤਰ੍ਹਾਂ ਬਾਕੀ ਲੋਕ ਸਿਪਾਹੀ ਕਰਦੇ, ਫੌਜੀ ਕੰਮ ਕਰਦੇ ਆ, ਇੰਜੋ ਕੰਮ ਕਰਨ। ਬਾਕੀ ਇਹ ਗੱਲ ਠੀਕ ਹੈ ਕਿ ਜਿਹੜੇ ਆਮ ਆਦਮੀ, ਜਦੋਂ ਕਹਿੰਦੇ ਕਿ ਅਸੀਂ ਬਿਲਕੁਲ ਆਮ ਆਦਮੀ ਆ, ਜਦੋਂ ਉਹ ਆਪਣੀਆਂ ਤਨਖਾਹਾਂ ਦੂਜਿਆਂ ਦੇ ਕਈਆਂ ਦੇ ਮੁਕਾਬਲੇ ਜ਼ਿਆਦਾ ਕਰਨਗੇ ਤੇ ਫਿਰ ਉਹ ਵੀ ਖਾਸਮ ਖਾਸ ਲੱਗਣਗੇ। ਇਸ ਗੱਲ ਦਾ ਦੂਜੇ ਪਾਸੇ ਦਾ ਜ਼ਰੂਰ ਇੱਕ ਅਰਥ ਕੱਢਿਆ ਜਾਂਦਾ। ਪਰ ਪੰਜਾਬ ਦੇ ਵਿੱਚ ਚਲੋ ਮੇਰਾ ਖਿਆਲ ਹੈ ਕਿ ਇੰਨੀ ਕੀ ਤਨਖਾਹ ਜਾਂ ਥੋੜੀ ਘੱਟ ਹੋਊ ਪੰਜਾਬ ਦੇ ਵਿੱਚ, ਪਰ ਬਾਕੀ ਦੇ ਜਿਹੜੇ ਪਾਕਿਆ ਨਾਲ ਗੱਡੀਆਂ ਵੱਡੀਆਂ, ਤੇਲ ਹੋਰ ਜੇ ਉਹ ਸਾਰਾ ਉਹ ਬਥੇਰਾ ਹੁੰਦਾ। ਉਹਦੇ ਨਾਲ ਤਨਖਾਹਾਂ ਕੋਈ MLA ਸਾਹਿਬਾਨਾਂ ਦੀਆਂ, ਵਿਧਾਨਕਾਰਾਂ ਦੀਆਂ ਕੋਈ ਬਹੁਤਾ ਮਾਨੇ ਨਹੀਂ ਰੱਖਦੀਆਂ। ਹੁਣ ਜਿਹੜਾ ਤੁਹਾਨੂੰ ਜਿਹੜੇ ਮੁਰਗੇ ਖਾਣ ਵਾਲੇ, ਉਹਨਾਂ ਦੀ ਮੈਂ ਗੱਲ ਕਰਦਾ, ਜਿਹੜਾ ਬਾਹਰੋਂ ਤੁਹਾਨੂੰ 500 ਰੁਪਏ ਦਾ ਮਿਲਦਾ ਸੀ, ਉੱਥੇ ਪਾਰਲੀਮੈਂਟ 'ਚ 20-25 ਰੁਪਏ ਦਾ ਇੰਨਾ ਸਬਸਿਡਾਈਜ਼ ਹੁੰਦਾ ਤਾਂ ਕਿ ਇਹ ਭੂਤਰੇ ਰਹਿਣ, ਸਾਰੇ ਖੁਸ਼ ਰਹਿਣ ਖਾ ਪੀ ਕੇ। ਤੇ ਹੁਣ ਇਹ ਵੀ ਗੱਲਾਂ ਉੱਠ ਰਹੀਆਂ ਵੀ ਇਹਨਾਂ ਨੂੰ ਕੰਟੀਨ ਦੇ ਵਿੱਚ ਇੰਨੀਆਂ, ਇੱਥੇ ਜਿਹੜੀ ਇਹਨਾਂ ਦੀ ਕੰਟੀਨ ਕਾਹਦੀਆਂ ਸਹੂਲਤਾਂ, ਕਿਸ ਕਰਕੇ ਗਰੀਬ ਆ ਇਹ ਬਹੁਤ, ਵੀ ਜਾਣੀ ਇਹ ਕੋਈ ਸਬਸਿਡੀ ਜਿਹੜੀ ਦਿੱਤੀ ਹੋਈ ਹੈ ਕਾਹਦੇ ਲਈ ਦਿੱਤੀ ਹੈ? ਤੁਸੀਂ ਕਿਸੇ ਪਿੰਡ ਦੇ ਗਰੀਬ ਖਾਨੇ ਦੇ ਵਿੱਚ ਕਿਸੇ ਨੂੰ ਇਸ ਤਰ੍ਹਾਂ ਸਸਤੇ ਮੁਰਗੇ ਖਵਾਓ, ਜਾਂ ਜੋ ਵੀ ਜਿਹਨੇ ਸਾਗ ਖਾਣਾ ਸਾਗ ਖਾ ਲੇ, ਗੋਭੀ ਦੀ ਸਬਜ਼ੀ ਖਾਣੀ ਗੋਭੀ ਖਾ ਲੇ, ਪਰ ਉਹ ਸਸਤਾ ਹੋਵੇ, ਰੀਜ਼ਨੇਬਲ ਹੋਏ, ਉਹਦੀ ਤਾਂ ਸਮਝ ਪੈਂਦੀ ਹੈ। ਇਹ ਜਿਹੜੇ 10-10 20-20 50-50 ਕਰੋੜ ਰੁਪਏ ਆਪਣੇ ਹਲਕੇ ਦੇ ਉੱਤੇ ਚੋਣ ਵੇਲੇ ਖਰਚ ਸਕਦੇ ਆ, ਉਹਨਾਂ ਨੂੰ ਤੁਸੀਂ ਦਿੱਲੀ ਪਹੁੰਚਾ ਕੇ ਜਾਂ ਆਪੋ ਆਪਣੀ ਸੂਬਿਆਂ ਦੀ ਰਾਜਧਾਨੀ 'ਚ ਪਹੁੰਚਾ ਕੇ ਇਹੋ ਜਿਹੀਆਂ ਸਹੂਲਤਾਂ ਕਿਸ ਕਰਕੇ ਦਿੰਦੇ ਆ? ਇਹ ਤੇ ਵਿਗਾੜਨ ਵਾਲੀਆਂ ਗੱਲਾਂ, ਤੇ ਉਹ ਗੱਲਾਂ ਜ਼ਰੂਰ ਹੈਗੀਆਂ। ਸਾਰੀਆਂ ਗੱਲਾਂ ਹੌਲੀ ਹੌਲੀ ਮੇਰਾ ਖਿਆਲ ਹੈ ਜਿਹੜੇ ਰਾਜਨੀਤਿਕ ਸੁਧਾਰਾਂ ਦੇ ਵਿੱਚ ਲੋਕ ਦੇਖ ਰਹੇ ਆ, ਜਿਸ ਤਰ੍ਹਾਂ ਅਸੀਂ ਬੋਲ ਰਹੇ ਆ ਲੋਕ ਸੁਣਦੇ ਆ, ਔਰ ਉਹਦਾ ਫਿਰ ਗਾਂ ਤੋਂ ਗਾਂ ਰੱਦੋ ਅਮਲ ਹੌਲੀ ਹੌਲੀ ਜਨਤਾ 'ਚ ਹੋਣਾ ਸ਼ੁਰੂ ਹੋ ਜਾਂਦਾ। ਹਾਂਜੀ, ਗੱਲ ਪ੍ਰੋਫੈਸਰ ਸਾਹਿਬ ਜਿਹੜੀ ਆ ਉਹ ਕਿਸਾਨਾਂ ਦੀ ਕਰਨੀ ਹੈ। ਸੰਯੁਕਤ ਕਿਸਾਨ ਮੋਰਚਾ ਫਿਰ ਤੋਂ ਇਕਜੁੱਟਤਾ ਨਜ਼ਰ ਆ ਰਹੀ ਆ। ਆਉਣ ਵਾਲੇ ਦਿਨਾਂ 'ਚ ਕਹਿੰਦੇ ਚੱਕਾ ਜਾਮ ਕਰਨਾ, ਵਾਅਦਾ ਖਿਲਾਫੀ ਕੀਤੀ ਕੇਂਦਰ ਨੇ, ਤਾਂ ਪਹਿਲਾਂ ਹੀ ਪਤਾ ਸੀ ਕਿ ਵਾਅਦਾ ਖਿਲਾਫੀ ਹੋਣੀ ਹੈ। MSP ਲੈ ਕੇ ਉੱਠਦੇ ਤਾਂ ਚੰਗਾ ਰਹਿੰਦਾ, ਭਰੋਸਾ ਲੈ ਕੇ ਉੱਠ ਗਿਆ MSP ਦਾ, ਤੇ ਉਹ ਅੱਜ ਤੱਕ ਮਿੰਨਤਾਂ ਕਰਦੇ ਫਿਰਦੇ ਨੇ ਚੱਕੇ ਜਾਮ ਕਰ ਲਓ ਜਾਂ ਜੋ ਮਰਜ਼ੀ ਕਰ ਲਓ। ਉਹੋ ਜਿਹਾ ਅੰਦੋਲਨ ਮੈਨੂੰ ਨਹੀਂ ਲੱਗਦਾ ਕਿ ਮੁੜ ਕੇ ਦੁਬਾਰਾ ਸ਼ੁਰੂ ਹੋ ਸਕਦਾ, ਜਿਵੇਂ ਦਾ ਕਿਸਾਨੀ ਅੰਦੋਲਨ ਦਿੱਲੀ ਦੀਆਂ ਬਰੂਹਾਂ ਤੱਕ ਰਿਹਾ। ਦੇਖੋ ਇਹ ਨਾ ਜਿਹੜਾ ਬਾਰ-ਬਾਰ ਇਹ ਸਵਾਲ ਉੱਠਦਾ ਕਿ ਉਦੋਂ ਆਉਣਾ ਚਾਹੀਦਾ ਸੀ ਕਿ ਨਹੀਂ ਸੀ ਆਉਣਾ ਚਾਹੀਦਾ, ਉਦੋਂ ਹੀ ਬੈਠੇ ਰਹਿੰਦੇ। ਪਹਿਲਾਂ ਇਹ ਗੱਲ ਦੇਖੋ, 1.25 ਸਾਲ ਸੜਕ ਤੇ ਬੈਠੇ ਰਹਿਣਾ ਕੋਈ ਆਸਾਨ ਕੰਮ ਨਹੀਂ ਹੈ। ਆਪਾਂ ਤੇ ਮੂੰਹ ਹੀ ਹਿਲਾ ਦੇਣਾ ਨਾ ਵੀ ਬੈਠੇ ਰਹੋ, ਵੀ ਇੱਥੇ ਹੋਰ ਮੱਛਰ ਲੜਾਓ, ਹੋਰ ਉੱਥੇ 700 ਤੋਂ ਉੱਪਰ ਕਿਸਾਨਾਂ ਦਾ ਸ਼ਹੀਦ ਹੋ ਜਾਣਾ ਛੋਟੀ ਗੱਲ ਆ? ਛੋਟੀ ਗੱਲ ਆ ਇਹ? ਆਪਾਂ ਨੂੰ ਕਹਿਣਾ ਬੜਾ ਸੌਖਾ ਵੀ ਹੋਰ ਲੜੋ, ਵੀ ਤਕੜੇ ਰਹੋ, ਬੱਬਰ ਸ਼ੇਰ ਆ ਤੁਸੀਂ, ਬੱਲੇ ਬੱਲੇ, ਅਸੀਂ ਤੁਹਾਨੂੰ ਰਾਸ਼ਨ ਪਹੁੰਚਾ ਰਹੇ ਹਾਂ, ਤੁਹਾਨੂੰ ਲੱਕੜਾਂ ਪਹੁੰਚਾ ਰਹੇ ਹਾਂ ਅੱਗ ਲਈ, ਹੋਰ ਤੁਸੀਂ ਡਟੇ ਰਹੋ ਡਟੇ। ਇਹ ਸਾਨੂੰ ਬਾਹਰੋਂ ਕਹਿਣਾ, ਇਹ ਇੱਕ ਆਪਣੇ ਆਪ ਸੈਂਟੀਮੈਂਟ ਸੀਗਾ ਵੀ। ਪਰ ਨਾਲ ਹੀ ਜਦੋਂ ਤੁਸੀਂ 3 ਮੁੱਖ ਮੰਗਾਂ ਜੋ ਲੈ ਕੇ ਗਏ ਸੀਗੇ, ਜਦੋਂ ਉਹ ਪੂਰੀਆਂ ਹੋ ਗਈਆਂ ਉਸੇ ਰੂਪ 'ਚ, ਘੱਟੋ ਨਹੀਂ ਪੂਰੀਆਂ, ਕੱਲੀਆਂ ਮੰਗਾਂ ਹੀ ਨਹੀਂ ਉਹ ਪੂਰੀਆਂ ਹੋਈਆਂ, ਜਿਸ ਨੂੰ ਲੈ ਕੇ ਤੁਸੀਂ ਦਿੱਲੀ ਗਏ ਹਾਂ ਉਹਦੀ ਮਾਫੀ ਵੀ ਮੰਗੀ ਗਈ।
ਉਹ ਵੀ ਘੱਟ ਨਹੀਂ ਕਿਸੇ ਵੱਲੋਂ, ਪ੍ਰਧਾਨ ਮੰਤਰੀ ਵੱਲੋਂ। ਫਿਰ ਤੁਸੀਂ ਅਜੇ ਵੀ ਕਹੋਗੇ ਅਜੇ ਤੇ ਸਾਡੀਆਂ 10 ਮੰਗਾਂ ਹੋ ਰਿਹਾ ਜੀ, ਅਸੀਂ ਤੇ 10 ਸਾਲਾਂ ਬਾਅਦ ਜਾਣਾ ਹੁਣ। ਫਿਰ ਤੇ ਉੱਥੇ ਉਹ ਵਾਕਿਆ ਹੀ ਪੱਕੇ ਹੀ ਘਰ ਪਾਉਣ ਵਾਲੀ ਗੱਲ ਸੀ। ਤੁਹਾਨੂੰ ਪਤਾ ਜਨਤਾ ਦਾ ਦਬਾਅ ਬਣ ਰਿਹਾ ਸੀ ਕਿ ਤੁਸੀਂ ਸੜਕਾਂ ਤੇ ਬੈਠੇ ਆ, ਜਿਹੜੀ ਆਮ ਜਨਤਾ ਆ ਉਹ ਵੀ ਤੇ ਫਿਰ ਵਿਰੋਧ ਚ ਹੋਊਗੀ ਤੁਹਾਡੇ, ਕਿ ਦੇਖੋ ਜੀ ਸਾਡੇ ਇੱਥੇ ਸੜਕਾਂ, ਅਸੀਂ ਇੱਕ ਸੜਕ ਬਣੀ ਹੋਈ ਹੈ, ਸਾਨੂੰ ਕਿੰਨਾ ਕਿੰਨਾ ਟ੍ਰੈਫਿਕ ਡਾਈਵਰਟ ਕਰਕੇ ਇਧਰੋਂ ਉਧਰੋਂ ਜਾਣਾ ਪੈਂਦਾ। ਇਸ ਤਰ੍ਹਾਂ ਦਾ ਆਮ ਸ਼ਹਿਰੀ, ਦਿੱਲੀ ਵਾਲੇ ਸ਼ਹਿਰੀ, ਆਸ-ਪਾਸ ਦੇ ਹਰਿਆਣੇ ਹੋਰ ਸਾਰੇ, ਉਹ ਇੱਕ ਵਿੱਚੋਂ ਵਿਰੋਧਤਾ ਉੱਠਣ ਦੀ ਵੀ ਸ਼ੰਕਾ ਹੋ ਸਕਦੀ ਹੈ ਕਿ ਇਹ ਤੇ ਭੂਤਰ ਹੀ ਗਏ, ਤੇ ਉੱਠਦੇ ਹੀ ਨਹੀਂ ਹੈਗੇ। ਕਹਿਣ ਦਾ ਮਤਲਬ ਫਿਰ ਸਰਕਾਰ ਨੇ ਵੀ ਆਪਣੇ ਤੇਵਰ ਤੇਜ਼ ਕਰਨੇ ਸੀ। ਇਹ ਗੱਲ ਜਦੋਂ ਅਸੀਂ ਬਾਰ-ਬਾਰ ਕਹਿੰਦੇ ਆ ਕਿ ਉਹੋ ਜਿਹਾ ਮੁੜ ਕੇ ਦੁਬਾਰਾ ਜਮਾਵੜਾ ਨਹੀਂ ਲੱਗਣਾ, ਇਹ ਗੱਲ ਠੀਕ ਹੈ, ਉਹ ਬਹੁਤ ਔਖਾ ਸੀ। ਪਰ ਸਰਕਾਰ ਨੇ ਜਦੋਂ ਅਨਾਉਂਸਮੈਂਟ ਕਰਦੀ ਹੈ 23 ਫਸਲਾਂ ਦੀ, ਉਹ ਸਾਰੇ ਸੂਬਿਆਂ ਲਈ ਕਰਦੀ ਹੈ। ਤੇ ਜਿਹੜੇ ਬੰਦੇ ਮੁੱਖ ਤੌਰ ਤੇ ਇੱਥੇ ਬੈਠੇ ਸੀਗੇ, ਪੰਜਾਬ, ਹਰਿਆਣਾ, ਪੱਛਮੀ ਯੂਪੀ ਦੇ, ਉੱਥੇ ਵੱਡੇ ਹਿੱਸੇ ਦੇ ਵਿੱਚ ਜਿਹੜੀਆਂ ਮੁੱਖ ਫਸਲਾਂ, ਉੱਥੇ ਪਹਿਲਾਂ ਹੀ MSP ਮਿਲਦੀ ਹੈ। ਤੇ ਇੱਕ ਧੜੇ ਦਾ ਇਹ ਵੀ ਆਰਗੂਮੈਂਟ ਸੀ ਕਿ ਭਈ ਜੇ ਸਾਡੀਆਂ ਮੰਗਾਂ ਨਾ ਮੰਨੀਆਂ ਗਈਆਂ ਤੇ ਸਾਡੀ ਤੇ ਮਿਲਦੀ ਹੈ, ਫਿਰ ਉਹ ਵੀ ਬੰਦ ਹੋ ਜਾਊਗੀ। ਕੀ ਤੁਸੀਂ ਇਹ ਵੀ ਸੋਚ ਸਕਦੇ ਵੀ ਉਲਟਾ ਨਾ ਹੋ ਜਾਏ ਕਿਤੇ, ਵੀ ਤੁਸੀਂ ਹੁਣ ਜਿਹੜੇ ਬੰਦੇ ਲੜ ਰਹੀਆਂ ਫੌਜਾਂ, ਉਹ ਜਿੱਤ ਦੇ ਨਗਾਰੇ ਵਜਾਉਂਦੀਆਂ, ਵਾਪਸ ਆ ਜਾਓ, ਇੱਕ ਵਾਰੀ ਸਾਹ ਲੈ ਲਓ, ਕਿਉਂਕਿ ਤੁਹਾਡਾ MSP ਦਾ ਜਿਹੜੀਆਂ ਮੁੱਖ ਫਸਲਾਂ ਉਹ ਪਹਿਲਾਂ ਹੀ ਮਿਲਦੀਆਂ, ਗੰਨੇ ਦਾ, ਨਰਮੇ ਦਾ, ਹੋਰਨਾਂ ਦਾ, ਜਿੰਨੀਆਂ ਜੇ ਨਹੀਂ ਮਿਲਣੀਆਂ ਤੇ ਤੁਹਾਡਾ ਡੰਡਾ ਖੁੰਡਾ ਅਜੇ ਚੱਲਦਾ, ਫਿਰ ਤੁਸੀਂ ਲੈ ਵੀ ਲਓਗੇ, ਫਿਰ ਦੁਬਾਰਾ ਹੋ ਜੂ। ਇਹ ਗੱਲਾਂ ਸਾਰੀਆਂ ਚਰਚਾ ਚੋਂ ਨਿਕਲੀਆਂ ਸੀ। ਹਾਂ, ਇਹ ਗੱਲਾਂ ਦੇ ਉੱਤੇ ਕੰਟਰੋਵਰਸੀ ਜ਼ਰੂਰ ਆ ਕਿ ਕੀ ਉਹਨਾਂ ਨੇ ਜਿਹੜੀ ਆ ਕੇ ਸੱਤਾ ਦੇ ਵਿੱਚ ਕਿਸੇ ਕਿਸਮ ਦਾ ਹਿੱਸਾ ਲੈਣਾ ਚਾਹੀਦਾ ਸੀ ਜਾਂ ਨਹੀਂ ਸੀ ਲੈਣਾ ਚਾਹੀਦਾ। ਇਹ ਦੋਵੇਂ ਕਿਸਮ ਦੇ ਆਰਗੂਮੈਂਟ ਆ। ਕੁਝ ਕਹਿੰਦੇ ਲੈਣਾ ਚਾਹੀਦਾ ਸੀ, ਕੁਝ ਕਹਿੰਦੇ ਨਹੀਂ, ਅਸੀਂ ਤੇ ਕਿਸਾਨ ਝੰਡੇ ਡੰਡੇ ਵਾਲੇ ਆ, ਸੜਕਾਂ ਦੇ ਉੱਤੇ ਮੁਜ਼ਾਹਰੇ ਕਰਨ ਵਾਲੇ, ਅਸੀਂ ਤੇ ਉਹੋ ਹੀ ਰਹਿਣਾ, ਅਸੀਂ ਨਹੀਂ ਸੱਤਾ ਵੱਲ ਵੇਖਣਾ। ਉਹ ਇੱਕ ਆਪਣੇ ਆਪ 'ਚ ਆਰਗੂਮੈਂਟ ਹੈਗਾ, ਉਹ ਗੱਲਾਂ ਅਲੱਗ ਹੈਗੀਆਂ। ਜਿਹੜਾ ਹੁਣ ਨਵਾਂ ਦੁਬਾਰਾ ਮੋਰਚਾਬੰਦੀ ਸ਼ੁਰੂ ਹੋ ਰਹੀ ਆ, ਉਹ ਵੈਲਕਮ ਗੱਲ ਹੈ। ਇੱਕ ਉਸੇ ਹੀ ਟ੍ਰੇਨਿੰਗ ਮਿਲੀ ਦਾ ਵਿੱਚੋਂ ਹੀ ਲੋਕਾਂ ਦਾ ਆਤਮ ਭਰੋਸਾ ਜਿਹੜਾ ਬਣਿਆ, ਵਿਸ਼ਵਾਸ ਬਣਿਆ ਕਿ ਅਸੀਂ ਡੰਡੇ ਦੇ ਨਾਲ, ਏਕੇ ਦੇ ਨਾਲ ਬਹੁਤ ਕੁਝ ਵੱਡੀਆਂ ਵੱਡੀਆਂ ਸਰਕਾਰਾਂ ਚੁਕਾ ਸਕਦੇ। ਉਹ ਇੱਥੇ ਹੀ ਨਹੀਂ ਹੈ। ਤੁਸੀਂ ਮੈਨੂੰ ਦੱਸ ਵੀ ਰਹੇ ਸੀ, ਮੈਂ ਵੀ ਦੇਖਿਆ, ਨੀਦਰਲੈਂਡ ਦੇ ਤੱਕ ਜਿਹਨੂੰ ਕਹਿੰਦੇ ਆ ਆਰਗੈਨਿਕ ਖੇਤੀ, ਜੈਵਿਕ ਖੇਤੀ ਕਰਨ ਦਾ, ਕਿ ਹੁਣ ਅਸੀਂ ਅਮੋਨੀਆ ਘਟਾਉਣਾ, ਨਾਈਟ੍ਰੋਜਨ ਘਟਾਉਣੀ ਆ, ਇਹਦੇ ਨਾਲ ਕੈਮੀਕਲ ਹੋ ਰਹੇ ਆ, ਉਹ ਫੂਡ ਦੀ ਚੇਨ 'ਚ ਜਾ ਰਹੇ ਆ, ਜ਼ਮੀਨ ਦੇ ਵਿੱਚ ਜ਼ਮੀਨ ਦਾ ਵਾਤਾਵਰਨ ਜਿਹੜਾ ਖਰਾਬ ਹੋ ਰਿਹਾ, ਜੀਵਾਣੂ ਉੱਥੇ ਮਰ ਰਹੇ, ਫਲਾਨਾ ਟਮਕਾਣਾ ਸਾਰਾ, ਜਾਣੀ ਕਿਸਾਨ ਨੂੰ ਡੰਡੇ ਮਾਰਨੇ ਆ। ਉਹਨਾਂ ਨੇ ਲਿਆ ਕੇ ਟਰੈਕਟਰ ਜਰਮਨੀ ਨੂੰ, ਜਿਹੜੀ ਨੀਦਰਲੈਂਡ ਤੋਂ ਰੋਡ ਜਾਂਦੀ, ਸਾਰੀ ਬੰਦ ਕਰਤੀ, ਸਾਰੇ ਮਾਲ ਬੰਦ ਕਰਤੇ। ਆਓ ਤੁਸੀਂ ਗਜਾਏ ਕਿਹਦੇ ਆ ਤੁਹਾਨੂੰ? ਅਸੀਂ ਦੇਖਦੇ ਆ ਜਿਹੜਾ ਉੱਠਦਾ ਸਾਡੇ ਡੰਡੇ ਮਾਰਨ ਲੱਗ ਜਾਂਦਾ। ਆਓ ਤੁਹਾਨੂੰ ਅਸੀਂ ਦਿੰਨੇ ਪਰੌਂਠੇ ਤਲ ਕੇ, ਸਾਰੇ ਤੁਹਾਨੂੰ ਬਰਗਰ ਖਵਾਉਂਦੇ ਆ, ਨਾਲੇ ਮੀਟ ਤੇ ਨਾਲੇ ਦੁੱਧ ਸਾਰਾ ਪਿਲਾਉਂਦੇ ਆ। ਉਹ ਕਿਸਾਨਾਂ ਨੇ ਤਹਈਆ ਕੀਤਾ। ਇਸ ਤਰੀਕੇ ਨਾਲ ਮੈਨੂੰ ਲੱਗਦਾ ਗਲੋਬਲੀ ਇੱਕ ਚੰਗੀ ਗੱਲ ਆ ਕਿ ਜਿਹੜੀ ਪਹਿਲਾਂ ਸੋਚ ਬਣੀ ਸੀ ਵੀ ਕਿਸਾਨ ਤੇ ਉੱਜੜਨੇ ਹੀ ਚਾਹੀਦੇ ਆ। ਕਲਾਸੀਕਲ ਇਕਨੋਮਿਕਸ ਸਾਰੇ, ਬਹੁਤ ਸਾਰੇ ਸਾਡੇ ਇੰਡੀਅਨ ਇਕਨੋਮਿਸਟ ਵੀ ਜਿਹੜੇ ਕਲਾਸੀਕਲ ਇਕਨੋਮਿਕਸ ਦੇ ਟ੍ਰੇਨਡ ਕੀਤੇ ਆ, ਉਹ ਇੰਝ ਹੀ ਸੋਚਦੇ ਆ ਵੀ ਪੰਜਾਬ ਦੇ ਜਿਹੜੇ ਪਿੰਡ ਆ ਉਹਦੇ ਜੁੜਨੇ ਚਾਹੀਦੇ। ਸ਼ਹਿਰੀਕਰਨ ਨੂੰ ਹੀ ਉਹ ਵਿਕਾਸ ਕਹਿੰਦੇ ਆ, ਜਦ ਕਿ ਕੋਈ ਕਿਤੇ ਲਿਖਿਆ ਹੋਇਆ ਨਹੀਂ। ਸ਼ਹਿਰੀਕਰਨ ਵੀ ਵਿਨਾਸ਼ ਹੈਗਾ ਬਹੁਤ ਵੱਡੇ ਪੱਧਰ ਤੇ। ਜੇ ਦੁਨੀਆ ਦੇ ਵਿੱਚ ਸੰਕਟ ਪੈਦਾ ਕੀਤਾ, ਉਹ ਸ਼ਹਿਰੀਕਰਨ ਨੇ ਪੈਦਾ ਕੀਤਾ। ਗੱਡੀਆਂ, ਪੋਲਿਊਸ਼ਨ, ਪੈਸਾ, ਅਣਮੂਹਾ ਪੈਸਾ, ਉਹਦਾ ਫਿਰ ਦੁਰਵਰਤੋਂ। ਧਰਤੀ ਦੇ ਉੱਤੇ ਤੁਸੀਂ ਜੀਣ ਆਏ ਆ ਕਿ ਪੈਸੇ ਇਕੱਠੇ ਕਰਨ ਆਏ ਆ, ਬਿਲਡਿੰਗਾਂ ਬਣਾਉਣ ਆਏ ਆ ਕਿ ਗੱਡੀਆਂ ਦੇ ਹੂਟੇ ਲੈਣ ਆਏ ਆ? ਮੈਨੂੰ ਦੱਸੋ, ਰੱਬ ਨੇ ਇਸ ਕੰਮ ਲਈ ਭੇਜਿਆ? ਰੱਬ ਨੇ ਭੇਜਿਆ ਵੀ ਤੁਸੀਂ ਥੋੜਾ ਕੰਮ ਕਰੋ, ਕੰਮ ਚੋਂ ਦਸਵੰਧ ਕੱਢੋ, ਚੰਗੀ ਸੋਚ ਰੱਖੋ, ਤੁਹਾਡੀ ਸਾਦਗੀ ਹੋਏ, ਤੁਸੀਂ ਸਿਆਣੇ ਵੀ ਹੋ, ਹਰ ਇੱਕ ਦੀ ਮਦਦ ਕਰੋ। ਨਹੀਂ ਮਦਦ ਹੁੰਦੀ ਤੇ ਬੁਰਾ ਤੇ ਘੱਟੋ ਘੱਟ ਨਾ ਹੀ ਕਰੋ ਕਿਸੇ ਦਾ। ਜੇ ਤੁਸੀਂ ਇੰਨੇ ਮਤਲਬ ਕਮਜ਼ੋਰ ਆ ਵੀ ਮਦਦ ਨਹੀਂ ਕਰਦੇ ਕਾਬਿਲ, ਕੋਈ ਗੱਲ ਨਹੀਂ, ਪਰ ਕਿਸੇ ਦਾ ਬੁਰਾ ਨਾ ਕਰੋ। ਇਹਦੇ ਇੱਕ ਹੈਗਾ ਜੀਵਨ ਜੋ ਰੱਬ ਨੇ ਤੁਹਾਨੂੰ ਕਰਨ ਲਈ ਭੇਜਿਆ। ਆ ਸ਼ਹਿਰਾਂ ਦੇ ਵਿੱਚ ਕੀ ਹੁੰਦਾ? ਕੋਈ ਹੈ ਇਹਨਾਂ ਗੱਲਾਂ ਚੋਂ ਇੱਕ ਵੀ? ਹਰ ਕੋਈ ਕਿਸੇ ਨੂੰ ਠਿੱਬੀ ਮਾਰਨ ਲਈ, ਤੂੰ ਮੇਰੇ ਉੱਪਰ ਮੈਂ ਤੇਰੇ ਉੱਪਰ, ਝੂਠ ਤੇ ਹੋਰ ਤੇ ਪੁੱਠੀਆਂ ਸਿੱਧੀਆਂ, ਸਿਹਤਾਂ ਖਰਾਬ, ਕੋਈ ਮੋਟੇ ਹੋਈ ਜਾਂਦੇ, ਕੋਈ ਮਰੀ ਜਾਂਦੇ, ਕਿਸੇ ਨੂੰ ਖਾਣ ਨੂੰ ਨਹੀਂ ਮਿਲਦਾ, ਕੋਈ ਖਾ ਕੇ ਮਰੀ ਜਾਂਦਾ, ਸਾਰੇ ਹੀ ਮਰੀ ਜਾਂਦੇ ਸ਼ਹਿਰ 'ਚ। ਕੋਈ ਤੇ ਭੁੱਖੇ ਮਰੀ ਜਾਂਦੇ ਆ, ਕੋਈ ਜ਼ਿਆਦਾ ਖਾ ਕੇ, ਉਹਨਾਂ ਨੂੰ ਡਾਕਟਰਾਂ ਨੇ ਖਾਣ ਤੋਂ ਰੋਕਤਾ, ਫਿਰ ਕੋਈ ਜਿਮ ਜਾਂਦਾ, ਕੋਈ ਕੁਝ ਕਰਦਾ, ਤਮਾਸ਼ੇ। ਇਹ ਜੀਵਨ ਕੋਈ ਬਹੁਤ ਚੰਗਾ ਨਹੀਂ। ਤੇ ਇਹ ਆਉਣ ਵਾਲੇ ਸਮੇਂ 'ਚ ਪਿੰਡਾਂ ਨੂੰ ਬਚਾਉਣਾ,
ਕਿਸਾਨਾਂ ਨੂੰ ਬਚਾਉਣਾ, ਕਿਸਾਨਾਂ ਦੇ ਰੁਜ਼ਗਾਰ ਨੂੰ ਬਚਾਉਣਾ, ਉਹਨਾਂ ਦੇ ਸਾਰੇ ਖੇਤੀਬਾੜੀ ਨੂੰ ਬਚਾਉਣਾ। ਇਹਦਾ ਮਤਲਬ ਇਹ ਕੁਦਰਤ ਨੂੰ ਬਚਾਉਣਾ, ਰੱਬ ਦੀ ਸੇਵਾ ਕਰਨੀ ਹੈ। ਹਾਂ, ਜਿੰਨੀਆਂ ਜ਼ਹਿਰਾਂ ਹੋਰ ਕੀਟਨਾਸ਼ਕ ਜੇ ਉਹ ਅਸੀਂ ਪਾ ਕੇ ਖਰਾਬ ਕੀਤਾ, ਉਹ ਠੀਕ ਹੈ, ਬੰਦ ਹੋਣਾ ਚਾਹੀਦਾ, ਪਰ ਉਹਦਾ ਮੁਆਵਜ਼ਾ ਵੀ ਤੇ ਦਿਓ। ਜਿਹੜਾ ਬੰਦ ਕਰੂਗਾ ਉਹਨੂੰ ਕੋਈ ਅਲਟਰਨੇਟਿਵ ਵੀ ਤੇ ਦਿਓ। ਹੁਣ ਜਿਹਦੀ ਅੱਜ 30 ਕੁਇੰਟਲ ਝੋਨਾ ਨਿਕਲਦਾ ਆ ਏਕੜ ਚੋਂ, ਤੇ ਜੋ ਸਾਰਾ ਬੰਦ ਕਰਦੇ ਉਹਦਾ ਨਿਕਲੇ 10 ਕੁਇੰਟਲ ਤੇ 20 ਕੁਇੰਟਲ, ਤੇ ਪੈਸੇ ਆੜਤੀਏ ਨੂੰ ਕਿਹਨੇ ਮੋੜਨੇ ਆ ਬਈ, ਜਿਹੜਾ ਘਟਿਆ। ਯਾਨੀ ਉਹਨੂੰ ਇੱਕ ਕਿਸੇ ਨੂੰ ਕਿਸੇ ਤੇ ਲਾਤਾ, ਪਹਾੜੇ ਤੇ ਪਾਤਾ। ਹੁਣ ਉਹ ਪਹਾੜਾ ਇੱਕਦਮ ਖਿੱਚ ਲੋਗੇ। ਮੱਝ ਨੂੰ ਪਾਉਂਦੇ ਸੀ ਨਾ ਪਹਾੜੇ ਤੇ, ਕਈ ਮੱਝਾਂ ਦੁੱਧ ਨਹੀਂ ਸੀ ਦਿੰਦੀਆਂ, ਇਹ ਜ਼ਮੀਨ ਪਹਾੜੇ ਤੇ ਪੈ ਗਈ ਆ ਜੀ। ਤੇ ਜ਼ਮੀਨ ਜਦੋਂ ਪਹਾੜੇ ਤੇ ਪੈ ਗਈ ਆ, ਜਾਂ ਚੀਜ਼ਾਂ ਨਹੀਂ ਪਾਓਗੇ ਤੇ ਉਹ ਝਾੜ ਨਹੀਂ ਆਉਂਦਾ। ਹੁਣ ਸਵਾਲ ਇਹੀ ਇਸੇ ਕਰਕੇ ਆ ਵੀ ਜੇ ਤੁਸੀਂ ਪਹਾੜਾ ਪਿੱਛੋਂ ਹਟਾਉਣਾ ਤੇ ਉਹਨਾਂ ਨੂੰ ਘੱਟੋ ਘੱਟ 5 ਸਾਲ ਜਾਂ 7 ਸਾਲ ਜਦ ਤੱਕ ਜ਼ਮੀਨ ਦੁਬਾਰਾ ਆਪਣੀ ਤਾਕਤ ਨਹੀਂ ਫੜਦੀ ਤੇ ਲੋਕ ਵੀ ਆਪਣਾ ਪੈਰ ਦੁਬਾਰਾ ਨਹੀਂ ਲਾ ਪਾਉਂਦੇ, ਉਦੋਂ ਤੱਕ ਉਹਨਾਂ ਨੂੰ ਵੱਡੇ ਪੱਧਰ ਤੇ ਕੰਪਨਸੇਟ ਕਰਨਾ ਪਊ। ਤੇ ਇਹ ਨਹੀਂ ਹੈ ਕਿ ਉਹ ਤੇ ਮਰਨ, ਤੇ ਪਰ ਤੁਸੀਂ ਆਪਣੇ ਤੌਰ ਤੇ ਉਹਨਾਂ ਨੂੰ ਦੱਸੀ ਚੱਲੋ ਕਿ ਸਾਨੂੰ ਤੇ ਜੀ ਸਾਫ਼ ਸੁਥਰੀ ਸਬਜ਼ੀ ਚਾਹੀਦੀ ਆ, ਸਾਨੂੰ ਤੇ ਸਾਫ਼ ਸੁਥਰਾ ਫਲ ਫਰੂਟ ਚਾਹੀਦਾ, ਸਾਨੂੰ ਤੇ ਇਹੋ ਜਿਹੇ ਚੌਲ ਚਾਹੀਦੇ ਆ, ਚੌਲ 1.5 ਇੰਚ ਲੰਬਾ ਹੋਣਾ ਚਾਹੀਦਾ। ਇਹ ਗੱਲਾਂ ਇੱਥੇ ਬੈਠੇ ਸ਼ਹਿਰੀ ਜਿਹੜੇ ਏਸੀਆਂ 'ਚ ਆ, ਉਹ ਕਿਸਾਨਾਂ ਤੋਂ ਉਮੀਦਾਂ ਕਰਦੇ। ਇੰਜ ਨਹੀਂ ਹੋਊ। ਕਿਸਾਨ ਜਾਗਰਤ ਹੋ ਗਏ, ਸਾਰੀ ਦੁਨੀਆ 'ਚ ਹੋਏ, ਤੇ ਸਾਰੀ ਯੂਰਪ ਦੇ ਵਿੱਚ ਵੀ, ਤੇ ਬਾਕੀ ਜਗ੍ਹਾ ਤੇ ਕੈਨੇਡਾ 'ਚ ਵੀ ਦੇਖਿਆ ਤੁਸੀਂ, ਆਸਟ੍ਰੇਲੀਆ 'ਚ ਦੇਖਿਆ, ਸਾਰੀ ਜਗ੍ਹਾ ਹੋਊਗਾ। ਖਾਸ ਕਰਕੇ ਭਾਰਤ ਵਿੱਚ ਵੀ ਆਉਣ ਵਾਲੇ ਸਮੇਂ 'ਚ ਤੁਹਾਨੂੰ ਇਹੋ ਜਿਹੇ ਵੱਡੇ ਅੰਦੋਲਨ ਦੇਖਣ ਨੂੰ ਮਿਲਣਗੇ। ਅਜੇ ਤੇ ਨਾਰਥ ਵੈਸਟ ਇੰਡੀਆ ਦੇ ਵਿੱਚ ਹੋਇਆ, ਬਾਕੀ ਹਿੱਸਿਆਂ 'ਚ ਵੀ ਇਹ ਗੱਲਾਂ ਚਮਕਣਗੀਆਂ, ਕਿਉਂਕਿ ਉਹਨਾਂ ਦੇ ਉੱਤੇ ਹੱਲਾ ਕੇਂਦਰੀ ਸਰਕਾਰ ਵੱਲੋਂ ਅਜੇ ਵੱਡੇ ਪੱਧਰ ਤੇ ਚੱਲਦਾ ਰਹਿਣਾ। ਜੋ ਬਜਟ ਦਾ ਇੰਬੈਲੈਂਸ ਹੋ ਗਿਆ ਨਾ, ਸਾਰਾ ਪੈਸਾ ਸੈਂਟਰ ਲੈ ਜਾਂਦਾ, ਕਦੀ GST ਦੇ ਨਾਂ ਤੇ, ਕਦੀ ਕਿਸੇ ਨਾਂ ਤੇ, ਕਦੀ ਕਿਸੇ ਨਾਂ ਤੇ ਮਗਰੋਂ ਜੇਬ ਘੁੱਟ ਲੈਂਦੇ, ਕਹਿੰਦੇ ਸਾਡੇ ਕੋਲ ਯਾਰ ਰੱਖੇ ਤੇ ਸੀਗੇ ਪੈਸੇ, ਚਾਬੀ ਨਹੀਂ ਲੱਭ ਰਹੀ, ਤੁਹਾਨੂੰ ਕਿੱਥੋਂ ਦੇਈਏ, ਜਿਹੜਾ ਜਾਂਦਾ ਚਾਬੀ ਨਹੀਂ ਲੱਭ ਰਹੀ। ਜਿੰਦਰਾ ਨਹੀਂ ਤੋੜ ਲਓ, ਜਿੰਦਰਾ ਤੋੜ ਲਓ, ਚਾਬੀ ਨਹੀਂ, ਤੇ ਭੁੱਖੇ ਕਿਉਂ ਮਾਰਦੇ ਆ ਸੂਬਿਆਂ ਨੂੰ? ਦਿਓ ਪੈਸੇ, ਜਿੱਥੋਂ ਤੁਸੀਂ ਜੇਬਾਂ ਕੱਟ ਕੇ ਲੋਕਾਂ ਦੇ ਸਾਰਾ GST ਇਕੱਠਾ ਕੀਤਾ। ਇਹ ਕੰਮ ਤੁਸੀਂ, ਮੈਂ ਅੰਕੜੇ ਦੇਖ ਰਿਹਾ, ਸੁੱਚਾ ਸਿੰਘ ਗਿੱਲ ਨੇ ਹੁਣੇ ਅੰਕੜੇ ਦਿੱਤੇ ਆ ਤੇ ਇਹ ਬਜਟ ਦੇ ਉੱਤੇ ਆ ਮੇਰੇ ਕੋਲ ਹੀ ਪਏ, ਉਹ ਟਾਈਮ ਨਹੀਂ ਸਾਡੇ ਕੋਲ। ਇਹ ਹਾਲਤ ਬਣੀ ਹੋਈ ਹੈ ਸੂਬਿਆਂ ਦੇ ਵਿੱਚ, ਜਗ੍ਹਾ ਜਗ੍ਹਾ ਬਗਾਵਤਾਂ ਹੋਣੀਆਂ। ਤੁਹਾਨੂੰ ਯਾਦ ਆ ਤਾਮਿਲਨਾਡੂ, ਸਾਨੂੰ ਪਹਿਲਾਂ ਕਹਿੰਦੇ ਸੀ ਖਾਲਿਸਤਾਨ ਖਾਲਿਸਤਾਨ, ਉਹ ਤਾਮਿਲਨਾਡੂ ਦੇ ਵਿੱਚ ਬੜੇ ਜ਼ਿੰਮੇਵਾਰ ਪੋਲੀਟੀਸ਼ੀਅਨ ਨੇ ਕਿਹਾ ਕਿ ਭਾਈ ਸਾਹਿਬ ਗੱਲ ਸੁਣੋ, ਤੁਸੀਂ ਕਦੀ ਇੱਥੇ ਹਿੰਦੀ ਦੀ ਗੱਲ ਕਰਦੇ ਆ, ਕਦੀ ਤੁਸੀਂ ਸਾਨੂੰ ਕਹਿੰਦੇ ਆ ਕਿ ਤਾਮਿਲਨਾਡੂ ਨੂੰ ਵੱਧ ਅਧਿਕਾਰ ਨਹੀਂ ਮਿਲਣੇ ਚਾਹੀਦੇ। ਅਸੀਂ ਪੈਰੀਆਰ ਦੇ ਝੰਡੇ ਹੋਏ ਆ ਉੱਥੇ, ਤੇ ਜੇ ਤੁਸੀਂ ਜ਼ਿਆਦਾ ਤੰਗ ਕਰੋਗੇ ਤੇ ਅਸੀਂ ਫਿਰ ਝੰਡੇ ਵੀ ਚੱਕ ਲਾਂਗੇ, ਫਿਰ ਸਾਨੂੰ ਤੁਹਾਡੇ ਕੋਈ ਲੋੜ ਨਹੀਂ ਆ। ਕਰੀ ਚੱਲਿਓ ਬੈਠੇ ਭਾਰਤ ਮਾਤਾ ਦੀ ਜੈ, ਤੁਸੀਂ ਕਰੀ ਚੱਲਿਓ, ਅਸੀਂ ਨਹੀਂ ਕਰਾਂਗੇ, ਅਸੀਂ ਤੇ ਫਿਰ ਤਾਮਿਲਨਾਡੂ ਦੀ ਜੈ ਕਰਾਂਗੇ। ਇਸ ਕਿਸਮ ਦੀਆਂ ਜੇ ਤੁਸੀਂ ਦਬਾਓਗੇ, ਲੁੱਕ ਆਫਟਰ ਨਹੀਂ ਕਰੋਗੇ, ਲੋਕਾਂ ਨੂੰ ਭੁੱਖੇ ਮਾਰੋਗੇ, ਉਹਨਾਂ 'ਚ ਗੁੱਸਾ ਵੀ ਆਊਗਾ ਤੇ ਰਾਜਨੀਤਿਕ ਬੇਵਿਸ਼ਵਾਸੀ ਵੀ ਹੋਊਗੀ, ਤੇ ਲੋਕ ਫਿਰ ਆਪਣੇ ਰਾਹ ਆਪਣੇ ਆਪ ਚੁਣਨ ਵੱਲ ਮਜਬੂਰ ਹੋਣਗੇ। ਇਹ ਵਾਰਨਿੰਗਾਂ ਕੇਂਦਰੀ ਸਰਕਾਰਾਂ ਨੂੰ ਤੇ ਈਵਨ ਸੂਬਿਆਂ ਦੀਆਂ ਸਰਕਾਰਾਂ ਨੂੰ ਵੀ ਪੜ੍ਹ ਲੈਣੀਆਂ ਚਾਹੀਦੀਆਂ। ਜੀ, ਸ਼ੁਕਰੀਆ ਪ੍ਰੋਫੈਸਰ ਸਾਹਿਬ, ਧੰਨਵਾਦ ਤੁਹਾਡਾ। ਬਹੁਤ ਬਹੁਤ ਸ਼ੁਕਰੀਆ ਸੁਖਵਿੰਦਰ ਜੀ, ਤੁਹਾਡਾ, ਤੁਹਾਡੀ ਸਾਰੀ ਟੀਮ ਦਾ, ਸਾਡੇ ਸਰੋਤਿਆਂ ਦਾ ਵੀ ਬਹੁਤ ਬਹੁਤ ਧੰਨਵਾਦ।